ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਜੀ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਮੁੜ ਚ ਤੁਹਾਨੂੰ ਅਪੀਲ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਲਾਈਕ, ਸ਼ੇਅਰ ਤੇ ਅਖੀਰ ਦੇ ਵਿੱਚ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। बहुत बहुत मेहरबानी, धन्यवाद सुखविंदर जी। ਜੀ ਸ਼ੁਕਰੀਆ ਡਾਕਟਰ ਸਾਹਿਬ। ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰਨਾ। ਤਸਵੀਰਾਂ ਦੇਖੀਆਂ ਹੋਣੀਆਂ ਸੰਗਰੂਰ ਵਾਲੀਆਂ, 8736 ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਦਾ ਕਿਵੇਂ ਕੁੱਟ ਕਟਾਪਾ ਹੋਇਆ, ਵੀਡੀਓਜ਼ ਵਾਇਰਲ ਹੋ ਰਹੀਆਂ ਨੇ। ਕਿਸਾਨਾਂ ਦਾ ਧਰਨਾ ਜਿਹੜਾ ਉਧਰ ਬਠਿੰਡੇ ਦੇ ਲਾਗੇ ਉਹਨਾਂ ਨੇ ਹਾਈਵੇ ਜਾਮ ਕੀਤਾ, ਬੇਮੌਸਮੇ ਮੀਂਹ ਕਾਰਨ ਜਿਹੜੀ ਫਸਲ ਨੂੰ ਮਾਰ ਪਈ ਸੀਗੀ, ਉਹਦੇ ਲਈ ਮੁਆਵਜ਼ਾ ਮੰਗ ਰਹੇ ਨੇ ਕਿਸਾਨ। ਤਰਾਸਦੀ ਇਹ ਆ ਕਿ ਡਾਂਗ ਦੇ ਸਿਰ ਦੇ ਉੱਤੇ ਰਾਜ ਕੀਤਾ ਜਾ ਰਿਹਾ ਹੈ। ਇਹ ਵਿਰੋਧੀ ਪਾਰਟੀਆਂ ਜਾਂ तमाम ਉਹ ਲੋਕ ਕਹਿ ਰਹੇ ਨੇ ਜਿਨ੍ਹਾਂ ਦੇ ਉੱਤੇ ਡਾਂਗ ਸੋਟਾ ਵਰਦਾ ਆ। ਸਰਕਾਰ ਦੇ ਭਰੋਸਿਆਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ, ਮੈਂ ਅਧਿਆਪਕਾਂ ਤੋਂ ਸ਼ੁਰੂ ਕਰਨ ਲੱਗਿਆ, ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਜੀ ਤਨਖਾਹ ਵਿੱਚ ਵਾਧਾ ਕਰ ਦਿੱਤਾ ਆ। ਜਿਸ ਤਰੀਕੇ ਨਾਲ ਉਹਨਾਂ ਨੇ ਪੱਕੇ ਕੀਤੇ ਨੇ, ਮੇਰੀ ਗੱਲ ਹੋਈ ਸੀ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਦੇ ਨਾਲ, ਉਹ ਕਹਿੰਦੇ ਕਿ ਸਾਨੂੰ ਬੀਤੇ ਵਰੇ ਸਤੰਬਰ ਦੇ ਵਿੱਚ, ਸ਼ਾਇਦ ਸਤੰਬਰ ਅਕਤੂਬਰ ਦੇ ਵਿੱਚ ਪੋਸਟਰ ਵੀ ਲੱਗ ਗਏ ਸੀਗੇ, ਵੱਡੀਆਂ ਫਲੈਕਸਾਂ, ਸਾਰਾ ਕੁਝ ਹੋ ਗਿਆ ਸੀਗਾ ਕਿ 8736 ਅਸੀਂ ਪੱਕੇ ਕਰ ਦਿੱਤੇ ਨੇ। ਇਹਦੇ ਬਾਵਜੂਦ ਸਰਕਾਰ ਕਹਿੰਦੇ ਪਤਾ ਨਹੀਂ ਕਿਉਂ ਮੋੜਾ ਕੱਟ ਗਈ ਇਸ ਮਾਮਲੇ ਤੋਂ ਕਿ ਸਾਨੂੰ ਦੂਜੇ ਤਰੀਕੇ ਦੇ ਨਾਲ ਮਤਲਬ ਕਿ ਹੋਰ ਤਰੀਕੇ ਦੇ ਨਾਲ ਪੱਕਾ ਕੀਤਾ ਗਿਆ ਜਿਹੜਾ ਸਾਨੂੰ ਮਨਜ਼ੂਰ ਨਹੀਂ। ਉਹ ਕਹਿੰਦੇ ਬਰਾਬਰ ਦਾ ਪੇ ਸਕੇਲ ਚਾਹੀਦਾ ਜਾਂ ਉਹ ਸਾਰਾ ਕੁਝ ਚਾਹੀਦਾ ਬਰਾਬਰ ਦਾ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਤਾਂ ਸਕੂਲ ਆਫ ਐਮੀਨੈਂਸ ਦੀ ਗੱਲ ਆ, ਸਿੱਖਿਆ ਸੁਧਾਰ ਦੀ ਗੱਲ ਹੈ, ਤੇ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਡਾਂਗ ਸੋਟਾ ਫਿਰਦਾ ਤਾਂ ਸਰਕਾਰ ਦੀ ਨੀਅਤ ਤੇ ਸਵਾਲ ਉੱਠਦੇ ਨੇ ਕਿ ਪਿਛਲਿਆਂ ਨਾਲੋਂ ਤੁਹਾਡੇ 'ਚ ਘੱਟ ਕੀ ਆ। बिल्कुल सुखविंदर जी, देखो ਆਪਾਂ जिस मुल्क ਦੇ ਵਿੱਚ रहने ਆ ਉਹਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਔਰ ਹੈ ਵੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹਰ ਬੰਦੇ ਨੂੰ, ਹਰ ਵਰਗ ਨੂੰ, ਹਰ ਕਮਿਊਨਿਟੀ ਨੂੰ ਹੱਕ ਹੈ ਕਿ ਉਹ ਆਪਣੇ ਲੋਕਤੰਤਰ ਦੇ ਰਾਹੀਂ ਹੱਕ ਮੰਗ ਸਕਦਾ ਹੈ ਔਰ ਸ਼ਾਂਤਮਈ ਤਰੀਕੇ ਦੇ ਨਾਲ ਧਰਨੇ ਲਾ ਸਕਦਾ ਹੈ ਔਰ ਇਹ ਸਭ ਦਾ ਹੱਕ ਹੈ। ਔਰ ਅਧਿਆਪਕ ਸਾਹਿਬਾਨ ਨੇ, ਉਹਨਾਂ ਨੇ ਵੀ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪੱਕੇ ਹੋਣ ਦੀ, ਗੱਲ ਇਹ ਹੈ ਕਿ ਜਦੋਂ ਅਸੀਂ ਕਹਿੰਦੇ ਆ ਕਿ ਸਾਨੂੰ ਪੂਰਾ ਸਕੇਲ ਚਾਹੀਦਾ ਹੈ, ਪੂਰੀ ਤਨਖਾਹ ਚਾਹੀਦੀ ਹੈ, ਫਿਰ ਉਹਦੇ ਲਈ ਬਰਾਬਰ ਦੀਆਂ ਤੁਹਾਡੀਆਂ ਕੁਆਲੀਫਿਕੇਸ਼ਨ ਵੀ ਚਾਹੀਦੀਆਂ ਨੇ। ਜੋ ਉਸ ਜਿਵੇਂ ਮੰਨ ਲਓ ਆਪਾਂ ਕਹਿੰਦੇ ਆ ਕਿ ਅਧਿਆਪਕ ਨੂੰ ਜਿੰਨਾ ਸਕੇਲ ਮਿਲਣਾ ਹੈ, ਉਹ ਸਕੇਲ ਤਾਂ ਹੀ ਮਿਲੇਗਾ ਜੇ ਉਹਦੇ ਬਰਾਬਰ ਦੀਆਂ ਕੁਆਲੀਫਿਕੇਸ਼ਨਸ ਪੂਰੀਆਂ ਕਰੇਗਾ। ਮੰਨ ਲਓ ਮੈਂ ਖੁਦ ਇੱਕ ਅਧਿਆਪਕ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ UGC ਦਾ ਨੈਟ, ਜੇ ਤੁਸੀਂ ਪ੍ਰੋਫੈਸਰ ਲੱਗਣਾ ਹੈ, ਨੈਟ ਕਲੀਅਰ ਕਰਨਾ ਪਏਗਾ, ਤੁਹਾਨੂੰ PhD ਕਰਨੀ ਪਏਗੀ। ਜੇ ਤੁਹਾਡਾ ਨੈਟ ਨਹੀਂ ਹੈ, ਜੇ ਤੁਹਾਡੇ ਕੋਲ PhD ਨਹੀਂ ਹੈ, ਫਿਰ ਤੁਸੀਂ ਪ੍ਰੋਫੈਸਰ ਨਹੀਂ ਲੱਗ ਸਕਦੇ। ਉਸ ਕਿਸਮ ਦਾ ਸਕੇਲ ਤੁਹਾਨੂੰ ਨਹੀਂ ਮਿਲ ਸਕਦਾ। ਇਸ ਕਰਕੇ ਪਹਿਲੀ ਗੱਲ ਤਾਂ ਅਧਿਆਪਕ ਸਾਥੀਆਂ ਨੂੰ ਇਹ ਸਮਝਣ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਹੋਵੇ, ਚਾਹੇ ਕਿਸੇ ਦੀ ਵੀ ਪਾਰਟੀ ਦੀ ਸਰਕਾਰ ਹੋਵੇ, ਜੇਕਰ ਤੁਹਾਡੀਆਂ ਕੁਆਲੀਫਿਕੇਸ਼ਨਸ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਕੋਈ ਵੀ ਕਾਨੂੰਨ ਉਹਨਾਂ ਨੂੰ ਪੱਕਿਆ ਨਹੀਂ ਕਰ ਸਕਦਾ ਔਰ ਪੂਰੇ ਦਾ ਪੂਰਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਸਕੇਲ ਉਹ ਮੰਗ ਰਹੇ ਨੇ ਉਹ ਸਕੇਲ ਨਹੀਂ ਦਿੱਤੇ ਜਾ ਸਕਦੇ। ਔਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪੱਕੇ ਹੋਣ ਦੀ, ਬਿਲਕੁਲ ਪੱਕੇ ਕੀਤਾ ਗਿਆ ਔਰ ਇਹੀ ਅਧਿਆਪਕ ਕਿਸੇ ਵੇਲੇ ਜਦੋਂ ਚੰਨੀ ਸਾਹਿਬ ਦੀ ਸਰਕਾਰ ਹੁੰਦੀ ਸੀ ਜਾਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਜਾਂ ਕੈਪਟਨ ਸਾਹਿਬ ਦੀ ਸਰਕਾਰ ਹੁੰਦੀ ਸੀ, ਇਹ 6,000 ਰੁਪਏ ਤੇ 7,000 ਰੁਪਏ ਤੇ ਕੰਮ ਕਰਦੇ ਸੀ। ਆਪਾਂ ਸਾਰੇ ਜਾਣਦੇ ਹਾਂ, ਟੈਂਕੀਆਂ ਤੇ ਚੜ੍ਹਦੇ ਸੀਗੇ। ਇਹਨਾਂ ਨੂੰ ਭਗਵੰਤ ਮਾਨ ਹੋਰਾਂ ਨੇ ਬੁਲਾ ਕੇ ਬਕਾਇਦਾ ਲਗਾਤਾਰ ਮੀਟਿੰਗਾਂ ਹੋਈਆਂ ਔਰ ਕਾਨੂੰਨੀ ਅੜਚਨਾਂ ਨੂੰ ਦੂਰ ਕੀਤਾ ਗਿਆ ਔਰ ਉਹਦੇ ਬਾਵਜੂਦ 21,000 ਮਤਲਬ 7,000 ਤੋਂ ਸਿੱਧਾ 21,000 ਜਿਹੜਾ ਹੈਗਾ ਉੱਕਾ ਪੁੱਕਾ ਦੇਣ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਗਈ ਜਾਂ ਹੋਰ ਜਿਹੜੇ ਨੇ ਵਾਅਦੇ ਕੀਤੇ ਗਏ ਔਰ ਛੁੱਟੀਆਂ ਬਕਾਇਦਾ ਦਿੱਤੀਆਂ ਗਈਆਂ। ਯਾਨੀ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨਾ ਵੱਧ ਤੋਂ ਵੱਧ ਸਰਕਾਰ ਕਰ ਸਕਦੀ ਸੀ ਉਹ ਇਹਨਾਂ ਅਧਿਆਪਕਾਂ ਨੂੰ ਦਿੱਤਾ ਗਿਆ। ਸੋ ਇਸ ਕਰਕੇ ਜੋ ਕਾਨੂੰਨ ਦੇ ਮੁਤਾਬਕ ਜੇ ਕੱਲ ਨੂੰ ਮੰਨ ਲਓ ਇਹ ਟੈਸਟ ਪਾਸ ਕਰਕੇ ਆਉਂਦੇ ਨੇ, ਕੱਲ ਨੂੰ ਜੇਕਰ ਸਰਕਾਰ ਜਾਂ ਕਾਨੂੰਨ ਇਹ ਚਾਹੁੰਦਾ ਹੈ ਕਿ ਜੇਕਰ ਤੁਸੀਂ ਪੱਕੇ ਮਤਲਬ ਪੂਰੇ ਦੇ ਪੂਰੇ ਜਿਹੜੇ ਸਕੇਲ ਲੈਣੇ ਨੇ ਤਾਂ ਤੁਸੀਂ ਉਹ ਫਲਾਣੇ ਟੈਸਟ, ਤੁਹਾਨੂੰ ਟੈਟ ਪਾਸ ਕਰਨਾ ਹੋਏਗਾ, ਤੁਹਾਨੂੰ ਉਹ ਚੀਜ਼ਾਂ ਕਰਨੀਆਂ ਪੈਣਗੀਆਂ। ਫਿਰ ਉਹ ਆ ਸਕਦੇ ਨੇ, ਅਗਲੇ ਟੈਸਟ ਤਾਂ ਤਿਆਰ ਹੋ ਨੇ। ਔਰ ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਮਾਨ ਸਾਹਿਬ ਨੇ ਉਮਰ ਵੀ ਵਧਾ ਦਿੱਤੀ ਹੈ। ਜੇਕਰ ਕਈ ਅਧਿਆਪਕ ਸਾਥੀਆਂ ਨੂੰ ਲੱਗਦਾ ਹੋਏਗਾ ਕਿ ਸਾਡੀ ਤਾਂ ਉਮਰ ਬਹੁਤ ਜ਼ਿਆਦਾ ਹੈ, ਉਮਰ ਵੀ ਭਗਵੰਤ ਮਾਨ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ
ਇਹ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚੋਂ ਇੱਕ ਕਾਨੂੰਨ ਪਾਸ ਕੀਤਾ ਹੈ ਕਿ 5-5 ਸਾਲ ਆਲਰੇਡੀ ਉਹਨਾਂ ਨੇ ਵਧਾ ਦਿੱਤੇ ਨੇ। ਸੋ ਉਹਦੇ ਵਿੱਚੋਂ ਟੈਸਟ ਪਾਸ ਕਰਕੇ ਆ ਸਕਦੇ ਨੇ। ਸੋ ਕੋਈ ਕਾਰਨ ਨਹੀਂ ਹੈ। ਭਗਵੰਤ ਮਾਨ ਸਰਕਾਰ ਜਿਹੜੀ ਹੈਗੀ ਲਗਾਤਾਰ ਅਧਿਆਪਕਾਂ ਦੇ ਖਾਸ ਤੌਰ ਤੇ ਔਰ ਹੈਲਥ ਦੇ ਵਿੱਚ ਔਰ ਜਾਂ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹਨਾਂ ਦੇ ਵਿੱਚ ਪ੍ਰੋਪਰ ਕੰਮ ਕਰ ਰਹੀ ਹੈ ਔਰ ਕਾਨੂੰਨੀ ਅੜਚਨਾਂ ਨੂੰ ਦੂਰ ਕੀਤੀਆਂ, ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਅੜਚਨਾਂ ਪਾਈਆਂ ਹੋਈਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀਆਂ ਭਰਤੀਆਂ ਅਧਿਆਪਕਾਂ ਦੀਆਂ ਜਾਂ ਹੋਰ ਜਿਹੜੇ ਕਰਮਚਾਰੀਆਂ ਦੀਆਂ ਹੋ ਸਕਦੀਆਂ ਨੇ ਬਹੁਤ ਤੇਜ਼ੀ ਦੇ ਨਾਲ। ਸੁਖਵਿੰਦਰ ਜੀ, ਪਰ ਡਾਕਟਰ ਸਾਹਿਬ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਕਿ ਉਦੋਂ ਕੇਸ ਸਟੱਡੀ ਨਹੀਂ ਕੀਤੇ ਗਏ? ਕਿਉਂਕਿ ਜਦੋਂ ਬਿਜਲੀ ਸਮਝੌਤਿਆਂ ਦੀ ਗੱਲ ਹੋਈ ਉਦੋਂ ਵੀ ਇਹ ਬੜੇ ਦਾਅਵਿਆਂ ਦੇ ਨਾਲ ਸਰਕਾਰ ਕਹਿੰਦੀ ਸੀ ਕਿ ਅਸੀਂ ਜੀ ਰੱਦ ਕਰਾਂਗੇ ਜਿਹੜੇ ਸਮਝੌਤੇ ਹੋਏ ਨੇ ਬਿਜਲੀ ਦੇ। ਪਰ ਹੁਣ ਠੀਕ ਹੈ, ਇੱਕ ਪ੍ਰਾਈਵੇਟ ਥਰਮਲ ਨੂੰ ਖਰੀਦਣ ਦੀਆਂ ਚਰਚਾਵਾਂ ਮੁੱਖ ਮੰਤਰੀ ਸਾਹਿਬ ਨੇ ਟਵੀਟ ਵੀ ਕੀਤਾ, ਇਹ ਤਾਂ ਮੈਂ ਬਾਅਦ ਵਿੱਚ ਆਉਣਾ। ਪਰ ਜਦੋਂ ਅਧਿਆਪਕਾਂ ਦੀ ਗੱਲ ਹੁੰਦੀ ਹੈ ਕਿ ਉਦੋਂ ਤੱਕ ਕੇਜਰੀਵਾਲ ਸਾਹਿਬ ਦੀਆਂ ਵੀਡੀਓਜ਼ ਵੀ ਚੱਲ ਰਹੀਆਂ ਨੇ, ਉਹ ਵੀ ਭਰੋਸਾ ਦਿੰਦੇ ਸੀ ਕਿ ਨੀਚੇ ਆਓ ਅਸੀਂ ਪੱਕੇ ਕਰਾਂਗੇ। ਇਹ ਕਿਤੇ ਉਹੋ ਜਿਹਾ ਸ਼ਗੂਫਾ ਤਾਂ ਨਹੀਂ ਜਿਵੇਂ 15-15 ਲੱਖ ਦਾ ਵੱਜਿਆ, ਜਾਂ ਜਿਵੇਂ ਕੈਪਟਨ ਸਾਹਿਬ ਹੋਰਾਂ ਨੇ ਕਿਹਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਦੋਂ ਲੋਕਾਂ ਨੂੰ ਇਦਾਂ ਲੱਗਿਆ ਕਿ ਸ਼ਾਇਦ ਪਤਾ ਨਹੀਂ ਸਰਕਾਰੀ ਨੌਕਰੀ ਦੇ ਦੇਣੀ ਹੈ, ਮੁੜ ਕੇ ਉਹਨਾਂ ਨੂੰ ਰੋਜ਼ਗਾਰ ਮੇਲੇ 'ਚ ਵਾੜਤਾ। ਇਹ ਕਿਤੇ ਉਹੋ ਜਿਹਾ ਤਾਂ ਨਹੀਂ? ਜੇ ਤੁਸੀਂ ਪੱਕੇ ਕਰਨ ਦੀ ਗੱਲ ਕੀਤੀ ਹੈ ਜਾਂ ਤੇ ਉਦੋਂ ਹੀ ਸਮਝਾ ਦਿੱਤਾ ਜਾਂਦਾ ਕਿ ਤੁਹਾਨੂੰ ਅਸੀਂ ਇਸ ਤਰੀਕੇ ਨਾਲ ਪੱਕੇ ਕਰਾਂਗੇ, ਤੇ ਜੇ ਨਹੀਂ ਸੀ ਇਸ ਕਿਸਮ ਦੀ ਜਾਣਕਾਰੀ ਤਾਂ ਫਿਰ ਉਹਨਾਂ ਨੂੰ ਛਲਾਵੇ ਵਿੱਚ ਕਿਉਂ ਰੱਖਿਆ ਗਿਆ? ਇਹ ਕੱਚੇ ਅਧਿਆਪਕ ਲਗਾਤਾਰ ਸਰਕਾਰ ਤੇ ਜਾਂ ਹੋਰ ਜਿੰਨੇ ਕੱਚੇ ਮੁਲਾਜ਼ਮ ਨੇ ਉਹ ਵੀ ਸਵਾਲ ਚੁੱਕਦੇ ਨੇ ਕਿ ਕੀ ਉਹਨਾਂ ਦੇ ਨਾਲ ਇਹ ਠੱਗੀ ਨਹੀਂ ਵੱਜੀ ਜਾਂ ਉਹਨਾਂ ਦੇ ਨਾਲ ਇਹ ਧੋਖਾ ਨਹੀਂ ਹੋਇਆ? ਜੇ ਤੁਸੀਂ ਕੁਆਲੀਫਿਕੇਸ਼ਨ ਦੀ ਗੱਲ ਕਰ ਰਹੀ ਹੈ ਹੁਣ ਸਰਕਾਰ, ਤਾਂ ਹੁਣ ਜਿਸ ਕੁਆਲੀਫਿਕੇਸ਼ਨ ਦੇ ਤਹਿਤ ਉਹ ਹੁਣ ਪੜ੍ਹਾ ਰਹੇ ਨੇ ਜਾਂ ਹੁਣ ਸੇਵਾਵਾਂ ਦੇ ਰਹੇ ਨੇ, ਕੀ ਉਹ ਯੋਗ ਨਹੀਂ? ਜੇ ਉਹ ਯੋਗ ਨਹੀਂ ਤੇ ਫਿਰ ਸਰਕਾਰ ਉਸ ਤਰੀਕੇ ਦੇ ਨਾਲ ਕਿਉਂ ਨਹੀਂ ਕਾਰਵਾਈ ਕਰਦੀ? ਇਹ ਤਾਂ ਫਿਰ ਸਿੱਧਾ ਸਿੱਧਾ ਇਹ ਹੈ ਕਿ ਲੋਕਾਂ ਦੇ ਨਾਲ ਜਾਂ ਜਿਹੜੇ ਬੱਚੇ ਪੜ੍ਹ ਰਹੇ ਨੇ ਸਕੂਲਾਂ ਕਾਲਜਾਂ 'ਚ ਉਹਨਾਂ ਦੇ ਨਾਲ ਵੀ ਇੱਕ ਤਰੀਕੇ ਦਾ ਧੋਖਾ ਹੈ ਸਰਕਾਰ ਦਾ। ਬਿਲਕੁਲ। ਜੇ ਤਾਂ ਇਹ ਧੋਖਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਇਹ ਜਿੰਨੇ ਵੀ ਅਧਿਆਪਕ ਸਾਹਿਬਾਨ ਨੇ, ਜੇ ਤਾਂ ਇਹ ਆਮ ਆਦਮੀ ਪਾਰਟੀ ਨੇ ਰੱਖੇ ਹੁੰਦੇ, ਜੇ ਉਹਨਾਂ ਦੀ ਭਰਤੀ ਹੋਈ ਉਹਨਾਂ ਵੱਲੋਂ ਹੋਈ ਹੁੰਦੀ, ਫਿਰ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀਆਂ ਗੱਲਾਂ ਸਾਰੀਆਂ ਠੀਕ ਸੀਗੀਆਂ। ਇਹ ਹੋਈਆਂ ਨੇ ਪਿਛਲੀਆਂ ਸਰਕਾਰਾਂ ਦੀਆਂ ਭਰਤੀਆਂ, ਔਰ ਪਿਛਲੀਆਂ ਸਰਕਾਰਾਂ ਆਪਾਂ ਸਾਰੇ ਜਾਣਦੇ ਹਾਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਤੁਸੀਂ ਵੀ ਦੇਖਿਆ ਹੀ ਹੋਏਗਾ ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਦੀਆਂ ਭਰਤੀਆਂ ਹੁੰਦੀਆਂ ਰਹੀਆਂ ਨੇ, ਉਹਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਭਾਈ ਭਤੀਜਾਵਾਦ ਜਾਂ ਹੋਰ ਜਿਹੜੀ ਹੈਗੀ ਕਪਲੇਬਾਜ਼ੀ ਚੱਲਦੀ ਰਹੀ ਹੈ, ਉਹ ਆਪਾਂ ਸਾਰੇ ਜਾਣਦੇ ਹਾਂ। ਉਸ ਗੱਲ ਦੇ ਵਿੱਚ ਮੈਂ ਨਹੀਂ ਜਾਵਾਂਗਾ, ਪਰ ਮੈਂ ਇਹ ਕਹਾਂਗਾ ਕਿ ਇਹ ਅਧਿਆਪਕ ਸਾਹਿਬਾਨ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਉਹ ਆਲਰੇਡੀ ਪੱਕੇ ਹੋ ਚੁੱਕੇ ਨੇ। ਹਾਂ, ਜਿਹੜੀ ਸਕੇਲ ਦੀ ਗੱਲ ਹੈ, ਗੱਲ ਸਕੇਲ ਦੀ ਆ ਕੇ ਜਿਹੜੀ ਹੈਗੀ ਹੈ ਉੱਥੇ ਰੁਕੀ ਹੋਈ ਹੈ। ਸਕੇਲ ਇਹਨਾਂ ਨੂੰ ਤਾਂ ਹੀ ਮਿਲ ਸਕਦਾ ਹੈ ਜੇਕਰ ਉਸ ਲੈਵਲ ਦੀ ਕੁਆਲੀਫਿਕੇਸ਼ਨ ਇਹ ਪੂਰੀ ਕਰਕੇ, ਟੈਸਟ ਪਾਸ ਕਰਕੇ, ਜੋ ਸਰਕਾਰ ਨੇ ਬਣਾਈਆਂ, ਜੋ ਇਹ ਨਹੀਂ ਕਿ ਪੁਰਾਣੀ ਜਿਹੜੀ ਹੈਗੀ ਹੈ ਇਹ ਕੋਈ ਲੰਬੇ ਸਮੇਂ ਤੋਂ ਹੈ, ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਇੱਕ ਕਾਨੂੰਨ ਬਣਾਇਆ ਹੈ, ਜਾਂ ਪਿਛਲੇ ਸਾਰੇ ਜਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਕਾਨੂੰਨ ਲਾਗੂ ਹੈ ਅਧਿਆਪਕ ਭਰਤੀ ਦੇ ਲਈ, ਉਹੀ ਕਾਨੂੰਨ ਸਾਡੇ ਪੰਜਾਬ ਦੇ ਟੀਚਰਾਂ ਦੇ ਉੱਤੇ ਲਾਗੂ ਹੋ ਰਿਹਾ। ਸੋ ਇਸ ਕਰਕੇ ਜਿਹੜੇ ਟੈਸਟ ਪਾਸ ਕਰਨੇ ਆ ਉਹ ਪਾਸ ਕਰਕੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਇਹਨਾਂ ਨੂੰ ਹਾਇਰ ਜਿਹੜਾ ਸਕੇਲ ਉਹ ਮਿਲ ਸਕਦਾ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਜਿਹੜੀ ਵਿਰੋਧੀ ਧਿਰਾਂ ਵੱਲੋਂ ਹੀ ਰੌਲਾ ਪਾਇਆ ਜਾ ਰਿਹਾ, ਜਿਹੜੇ ਸੱਚੀ ਮੁੱਚੀ ਅਧਿਆਪਕ ਨੇ ਉਹ ਤਾਂ ਖੁਸ਼ ਨੇ ਬਹੁਤ ਜ਼ਿਆਦਾ। ਤੁਸੀਂ ਉਹ ਵੀ ਵੀਡੀਓਜ਼ ਦੇਖੀਆਂ ਹੋਣਗੀਆਂ, ਭਗਵੰਤ ਮਾਨ ਨਾਲ ਜਿਹੜੀਆਂ ਮੀਟਿੰਗਸ ਹੋਈਆਂ ਨੇ ਇਹਨਾਂ ਅਧਿਆਪਕਾਂ ਦੀਆਂ, ਉਹ ਲਗਾਤਾਰ ਖੁਸ਼ ਨਜ਼ਰ ਆ ਰਹੇ ਨੇ। ਔਰ ਇੱਕ ਸਾਡੀ ਜਿਹੜੀ ਅਧਿਆਪਕ ਭੈਣ ਹੈ, ਉਹਦੇ ਤਾਂ ਵਿਚਾਰੀ ਦੇ ਖੁਸ਼ੀ ਦੇ ਹੰਝੂ ਵੀ ਤੁਸੀਂ ਦੇਖੇ ਹੋਣਗੇ, ਉਹ ਵੀ ਗਿਰ ਗਏ ਸੀਗੇ। ਸੋ ਮੈਂ ਕਹਿਣਾ ਚਾਹਣਾ ਕਿ ਇਹ ਸਾਰੀਆਂ ਜਿਹੜੀਆਂ ਵਿਰੋਧ ਕੀਤੇ ਜਾ ਰਹੇ ਨੇ, ਇਹ ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਨੇ। ਇਹਦੇ ਵਿੱਚ ਕੋਈ ਅਧਿਆਪਕ ਤਾਂ ਸਗੋਂ ਜਿਹਨੂੰ ਹੁਣ 7,000 ਤੋਂ ਸਿੱਧਾ 21,000 ਰੁਪਈਆ ਮਿਲਣ ਲੱਗ ਗਿਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਿਲਣਾ ਹੈ, ਔਰ ਸਾਰੀਆਂ ਛੁੱਟੀਆਂ ਉਹਨੂੰ ਸਰਕਾਰੀ ਮਿਲ ਰਹੀਆਂ ਨੇ, ਤਾਂ ਲਾਜ਼ਮੀ ਤੌਰ ਤੇ ਉਹ ਖੁਸ਼ ਹੋਏਗਾ ਹੀ ਹੋਏਗਾ। ਇਹਦਾ ਮਤਲਬ ਪੱਕਾ ਵੀ ਹੋ ਗਿਆ, ਔਰ ਉਹਨੂੰ ਛੁੱਟੀਆਂ ਵੀ, ਜੋ ਸਰਕਾਰੀ ਛੁੱਟੀਆਂ ਨੇ ਉਹ ਵੀ ਮਿਲ ਰਹੀਆਂ ਨੇ, ਉਹਦੀ ਤਨਖਾਹ ਵੀ 3 ਗੁਣਾ ਵੱਧ ਗਈ। ਸੋ ਇਹ ਸਾਰੇ ਅਧਿਆਪਕ ਖੁਸ਼ ਨੇ। ਬਾਕੀ ਕੁਝ ਜਿਹੜੇ ਨੇ ਉਹ ਸਿਆਸਤ ਜਿਹੜੀ ਹੈਗੀ ਹੈ ਉਹ ਹੋ ਰਹੀ ਹੈ, ਔਰ ਸਿਆਸਤ ਇਹ ਹਮੇਸ਼ਾ ਹੁੰਦੀ ਰਹਿੰਦੀ ਹੈ। ਇਹ ਦਿੱਲੀ 'ਚ ਵੀ ਹੁੰਦੀ ਹੈ। ਤੁਸੀਂ ਦੇਖਿਆ ਹੋਏਗਾ ਕਿ ਦਿੱਲੀ ਦੇ ਵਿੱਚ ਇੰਨਾ ਕੰਮ ਕਰਨ ਦੇ ਬਾਵਜੂਦ ਉੱਥੇ ਵੀ ਵਿਰੋਧੀ ਧਿਰਾਂ ਧਰਨੇ ਲਵਾਉਂਦੀਆਂ ਨੇ। ਸੋ ਇਹ ਪੰਜਾਬ ਦੇ ਵਿੱਚ ਵੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਧਰਨੇ ਲਵਾਉਂਦੀਆਂ ਨੇ। ਇਹ ਚੱਲਦਾ ਰਹਿਣਾ ਹੈ ਸੁਖਵਿੰਦਰ ਜੀ। ਪਰ ਡਾਕਟਰ ਸਾਹਿਬ, ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਤਾਂ ਮੂੰਹ ਮਿੱਠਾ ਕਰਾ ਰਹੇ ਨੇ ਉਹ ਤਾਂ ਮੁੱਠੀ ਭਰ ਨੇ, ਕੁਝ ਕੁ ਨੇ, ਤੇ ਜਿਨ੍ਹਾਂ ਦੇ ਡਾਂਗ ਸੋਟਾ ਫਿਰ ਰਿਹਾ ਆ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇ। ਤੁਸੀਂ ਵੀ ਦੇਖਿਆ ਹੋਣਾ, ਮੈਂ ਤਾਂ ਪੜ੍ਹ ਰਿਹਾ ਸੀ ਕਿ ਗਰਭਵਤੀ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਵੀ ਕੁੱਟ ਕਟਾਪਾ, ਜਾਂ ਜਿਹੜੇ ਨੌਜਵਾਨ ਨੇ, ਜਾਂ ਜਿਸ ਵੀ ਤਰੀਕੇ ਦੀਆਂ ਤਸਵੀਰਾਂ ਸਾਡੇ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ, ਕੀ ਇਸ ਨੂੰ ਜਾਇਜ਼ ਠਹਿਰਾਇਆ ਜਾ ਸਕਦਾ?
ਜੇ ਵਾਕਈ ਕੱਚੇ ਅਧਿਆਪਕ ਜਿਹੜੇ ਪੱਕੇ ਹੋਏ ਨੇ ਉਹ ਇੰਨੇ ਖੁਸ਼ ਹੁੰਦੇ ਤਾਂ ਸਾਨੂੰ ਇੱਕ ਵੱਡੀ ਰੈਲੀ ਵੀ ਦੇਖਣ ਨੂੰ ਮਿਲਦੀ ਕਿ ਹਾਂ ਵਾਕਈ ਉਹ ਖੁਸ਼ ਨੇ। ਤੇ ਜਿਹੜੇ ਕੁੱਟੇ ਜਾ ਰਹੇ ਨੇ ਕੀ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਕਹਿ ਕੇ ਕਿ ਜੀ ਉਹ ਕਿਸੇ ਹੋਰ ਧਿਰ ਦੇ ਨੇ ਜਾਂ ਉਹ ਵਿਰੋਧੀ ਧਿਰਾਂ ਦੇ ਨੇ, ਇਸ ਨੂੰ ਜਾਇਜ਼ ਠਹਿਰਾ ਸਕਦੇ ਆ? ਜੇ ਕੁੱਟ-ਕਟਾਪਾ ਹੋ ਰਿਹਾ, ਜਿਵੇਂ ਮੈਂ ਪਹਿਲਾਂ ਵੀ ਇੱਕ ਸਵਾਲ ਹੋਰ ਨਾਲ ਖੜਾ ਕੀਤਾ ਸੀ, ਇਹਦਾ ਵੀ ਜਵਾਬ ਦਿਓ ਕਿ ਜੇ ਕੁਆਲੀਫਿਕੇਸ਼ਨ ਦੀ ਗੱਲ ਹੁੰਦੀ ਹੈ ਤਾਂ ਜਿਸ ਕੁਆਲੀਫਿਕੇਸ਼ਨ ਤਹਿਤ ਹੁਣ ਉਹ ਪੜ੍ਹਾ ਰਹੇ ਨੇ ਤਾਂ ਫਿਰ ਇਹ ਕੀ ਆ? ਕੀ ਉਹ ਸਰਕਾਰ ਨੂੰ ਮਨਜ਼ੂਰ ਹੈ? ਕੀ ਇਹਦੇ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਹਨੇਰੇ ਵਿੱਚ ਰੱਖਿਆ ਜਾ ਰਿਹਾ ਜਾਂ ਫਿਰ ਇਹ ਕੀ ਆ? ਬਿਲਕੁਲ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕੋਈ ਇਹਨੂੰ ਜਾਇਜ਼ ਨਹੀਂ ਠਹਿਰਾ ਰਿਹਾ। ਮੈਂ ਇਹ ਕਹਿ ਰਿਹਾ ਕਿ ਇਹ ਲੋਕਤੰਤਰ ਹੈ, ਡੈਮੋਕ੍ਰੇਸੀ ਹੈ। ਉਹਦੇ ਵਿੱਚ ਤੁਹਾਡਾ ਸਭ ਦਾ, ਮੇਰਾ, ਤੁਹਾਡਾ, ਜੋ ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਹੈ ਆਪਣੇ ਹੱਕ ਮੰਗਣ ਦਾ, ਉਹ ਜਾਇਜ਼ ਹੈ। ਪਰ ਇਹ ਮਾੜੀ ਗੱਲ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਨਹੀਂ ਸੀ ਹੋਣਾ ਚਾਹੀਦਾ, ਉਹਨਾਂ ਦੀ ਲਾਠੀਚਾਰਜ ਨਹੀਂ ਸੀ ਹੋਣੇ ਚਾਹੀਦੇ ਆ, ਔਰ ਉਹਨਾਂ ਦਾ ਕੁੱਟ-ਕਟਾਪਾ ਨਹੀਂ ਸੀ ਹੋਣਾ ਚਾਹੀਦਾ। ਇਹਦੇ ਲਈ ਮੈਂ ਬਿਲਕੁਲ ਇਹਦੇ ਹੱਕ 'ਚ ਨਹੀਂ ਹਾਂ। ਪਰ ਜਿੱਥੋਂ ਤੱਕ ਕਾਨੂੰਨ ਦਾ ਹਿਸਾਬ ਹੈ, ਜਿੱਥੋਂ ਤੱਕ ਕਾਨੂੰਨ ਦੀ ਗੱਲ ਹੈ ਕਿ ਕੋਈ ਵੀ ਜਦੋਂ ਸਾਨੂੰ ਕੋਈ ਅਹੁਦਾ ਮਿਲਦਾ ਹੈ, ਕੋਈ ਸੀਟ ਮਿਲਦੀ ਹੈ, ਕਿਸੇ ਅਸੀਂ ਅਹੁਦੇ ਤੇ ਪਹੁੰਚਣਾ ਹੁੰਦਾ ਹੈ, ਕੋਈ ਲੱਗਣਾ ਹੁੰਦਾ, ਮੰਨ ਲਓ ਅਸੀਂ ਪ੍ਰਾਇਮਰੀ ਟੀਚਰ ਲੱਗਣਾ ਹੈ ਜਾਂ ਮਿਡਲ ਦੇ ਜਾਂ ਅਸੀਂ ਹਾਇਰ ਸੈਕੰਡਰੀ ਪੜ੍ਹਾਉਣੀ ਹੈ ਜਾਂ ਅਸੀਂ ਕਾਲਜ 'ਚ ਪੜ੍ਹਾਉਣਾ, ਉਹਦੇ ਲਈ ਕੁਝ ਕੁਆਲੀਫਿਕੇਸ਼ਨਸ ਹੁੰਦੀਆਂ ਨੇ। ਹੁਣ ਪੁਰਾਣੀਆਂ ਸਰਕਾਰਾਂ ਨੇ, ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕੁਆਲੀਫਿਕੇਸ਼ਨਸ ਨੂੰ ਨਹੀਂ ਜਿਹੜਾ ਹੈਗਾ ਰੱਖਿਆ ਗਿਆ, ਔਰ ਉਹਨਾਂ ਨੂੰ ਉੱਕੇ ਪੁੱਕੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਰੱਖਿਆ ਗਿਆ ਸੀਗਾ, ਔਰ ਉਸ ਚੀਜ਼ ਨੂੰ ਸੋਲਵ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਸੀਗੀ। ਔਰ ਇਸ ਸਰਕਾਰ ਨੇ ਕਾਨੂੰਨੀ ਜਿਹੜੀ ਅੜਚਨਾ ਸੀ ਉਹ ਦੂਰ ਕੀਤੀਆਂ, ਸਗੋਂ ਕਾਨੂੰਨੀ ਰਾਵਾਂ ਲਈਆਂ। ਔਰ ਜਿਹੜੇ ਇਹ ਜਿੰਨੇ ਵੀ ਸਾਡੇ ਭੈਣਾਂ ਸੀਗੀਆਂ, ਭਰਾ ਸੀਗੇ, ਇਹ ਜਿਹੜੇ 7-7 ਹਜ਼ਾਰ ਤੇ ਕੰਮ ਕਰ ਰਹੇ ਸੀਗੇ, ਲਗਾਤਾਰ ਰੁਲ ਰਹੇ ਸੀ ਸਰਕਾਰਾਂ ਵੱਲੋਂ, ਔਰ ਉਹਨਾਂ ਦੀ ਬਾਹ ਫੜੀ ਹੈ, ਔਰ ਉਹਨਾਂ ਨੂੰ ਕੁਆਲੀਫਿਕੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਉਹ ਉਹਨਾਂ ਨੂੰ ਜੌਬਸ ਦਿੱਤੀਆਂ ਨੇ, ਉਹਨਾਂ ਨੂੰ ਪੱਕਾ ਕੀਤਾ ਗਿਆ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਅਧਿਆਪਕ ਸਾਥੀਆਂ ਨੂੰ ਇਹ ਚਿੰਤਾ ਹੈ ਕਿ ਸਾਡੀ ਕੁਆਲੀਫਿਕੇਸ਼ਨ ਮੁਤਾਬਕ ਉਹਨਾਂ ਨੂੰ ਸਕੇਲ ਨਹੀਂ ਮਿਲਿਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੁਣ ਪੋਸਟਾਂ ਨਿਕਲ ਰਹੀਆਂ ਨੇ ਔਰ ਨਿਕਲਣਗੀਆਂ ਜਿਹੜੀਆਂ ਨੇ, ਉਹਦੇ ਵਿੱਚ ਉਹ ਅਪਲਾਈ ਕਰਨ ਔਰ ਉਹ ਸਿੱਧੇ ਤੌਰ ਤੇ ਉਹ ਵੱਡੀਆਂ ਪੋਸਟਾਂ ਵੀ ਲੈ ਸਕਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਸਰਕਾਰ ਜਿਹੜੀ ਹੈਗੀ ਹੈ ਇੱਕ ਕਾਨੂੰਨ ਦੇ ਮੁਤਾਬਕ ਚੱਲਦੀ ਹੈ। ਉਹਦੇ ਲਈ ਇਹ ਤਾਂ ਨਹੀਂ ਹੈ ਕਿ ਅਨਾਰਕੀ ਕਦੇ ਵੀ ਨਹੀਂ ਹੁੰਦੀ ਕਿ ਜੋ ਜਿਹਨੂੰ ਆਇਆ ਉਹਨੂੰ ਪੱਕਾ ਕਰ ਦਈਏ। ਇਹ ਅਧਿਆਪਕ ਸਾਥੀਆਂ ਨੂੰ ਵੀ ਪਤਾ ਹੈ, ਅਧਿਆਪਕ ਸਾਥੀ ਵੀ ਇਹ ਸਮਝਦੇ ਆ ਕਿ ਜੇ ਸਾਨੂੰ ਪੱਕਾ ਕੀਤਾ ਜਾਏਗਾ ਤਾਂ ਸਾਨੂੰ ਕਾਨੂੰਨ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਪੱਕਾ ਕੀਤਾ ਜਾਏਗਾ। ਸੋ ਉਹ ਸ਼ਰਤਾਂ ਜਿਹੜੀਆਂ ਨੇ ਉਹ ਲਾਗੂ ਹੋਣੀਆਂ ਹੀ ਹੋਣੀਆਂ ਨੇ। ਜਿਹੜੀਆਂ, ਜਿਵੇਂ ਤੁਸੀਂ ਅਗਲਾ ਸਵਾਲ ਜਿਹੜਾ ਪੁੱਛਿਆ ਸੀਗਾ, ਜੇ ਹੁਣ ਪਿਛਲੀਆਂ ਸਰਕਾਰਾਂ ਨੇ ਇਹ ਸਾਰੀਆਂ ਚੀਜ਼ਾਂ ਦਾ ਨਹੀਂ ਧਿਆਨ ਰੱਖਿਆ, ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ ਹੈ, ਤਾਂ ਲਾਜ਼ਮੀ ਤੌਰ ਤੇ ਉਹਦਾ ਭੁਗਤਾਨ ਜਿਹੜਾ ਹੈਗਾ ਉਹ ਹੋ ਰਿਹਾ, ਔਰ ਇਹਨਾਂ ਨੂੰ ਭੁਗਤਣਾ ਪੈ ਰਿਹਾ। ਇਹਨਾਂ ਨੂੰ ਵਿਚਾਰਿਆਂ ਨੂੰ ਡਾਂਗਾ ਖਾ ਕੇ ਇਹਨਾਂ ਨੂੰ ਉਦੋਂ ਦੱਸਣਾ ਚਾਹੀਦਾ ਸੀਗਾ। ਇਹ ਗੱਲਾਂ ਜਦੋਂ ਭਰਤੀ ਹੁੰਦੀਆਂ ਨੇ, ਇਹ ਉਦੋਂ ਹੀ ਕਲੀਅਰ ਕਰਨ ਦੀ ਲੋੜ ਹੁੰਦੀ ਹੈ ਕਿ ਭਾਈ ਤੁਹਾਨੂੰ ਅਸੀਂ ਕੱਚੇ ਰੱਖ ਰਹੇ ਹਾਂ, ਤੁਹਾਨੂੰ ਅਸੀਂ ਇਸ ਤਰ੍ਹਾਂ ਰੱਖ ਰਹੇ ਹਾਂ। ਔਰ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਨਹੀਂ ਸੀ ਪਾਉਣਾ ਚਾਹੀਦਾ, ਉਹਨਾਂ ਨੂੰ ਉਸ ਵੇਲੇ ਕਲੀਅਰ ਕਰਨਾ ਚਾਹੀਦਾ ਸੀ ਜਿਹੜੀਆਂ ਸਰਕਾਰਾਂ ਵੱਲੋਂ ਇਹਨਾਂ ਨੂੰ ਰੱਖਿਆ ਗਿਆ ਸੀਗਾ। ਸੁਖਿੰਦਰ ਜੀ, ਪਰ ਇੰਨੀ ਵੱਡੀ ਇਸ਼ਤਿਹਾਰਬਾਜ਼ੀ ਜਾਂ ਸਰਕਾਰ ਦੇ ਪ੍ਰਚਾਰ ਦੇ ਬਾਵਜੂਦ ਵੀ ਜੋ ਧਰਨਾਕਾਰੀ ਨੇ ਜਾਂ ਜਿਹੜੇ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨੇ, ਉਹਨਾਂ ਨੂੰ ਸਰਕਾਰ ਭਰੋਸੇ 'ਚ ਕਿਉਂ ਨਹੀਂ ਲੈ ਪਾ ਰਹੀ? ਮੈਂ ਦੇਖ ਰਿਹਾ ਕਿ ਕਿਸਾਨਾਂ ਦੇ ਮਸਲੇ ਦੀ ਗੱਲ ਕੀਤੀ ਕਿ ਉਹਨਾਂ ਦੇ ਨਾਲ ਵੀ ਡਾਂਗ ਸੋਟਾ ਖੜਕਿਆ, ਗੜੇਮਾਰੀ 'ਚ ਫਸਲ ਬਰਬਾਦ ਹੋਈ, ਬੇਮੌਸਮੇ ਬਰਸਾਤ ਨੇ ਮਾਰ ਮਾਰੀ ਆ, ਤੇ ਸਰਕਾਰ ਹਾਲੇ ਵੀ ਲਾਰੇ ਲੱਪਿਆਂ ਦੇ ਵਿੱਚ ਸਮਾਂ ਬਿਤਾਉਂਦੀ ਹੈ। ਉੱਥੇ ਵੀ ਡਾਂਗ ਦੇ ਨਾਲ ਚੁੱਪ ਕਰਾ ਦਿੱਤਾ ਜਾਂਦਾ ਹੈ। ਹਾਲਾਂਕਿ ਕਿਸਾਨ ਕਹਿੰਦੇ ਨੇ ਕਿ ਅਸੀਂ ਏਦਾਂ ਚੁੱਪ ਬਹਿਣ ਵਾਲੇ ਨਹੀਂ, ਇੱਕ ਬਹੁਤ ਵੱਡਾ ਪ੍ਰਦਰਸ਼ਨ ਹੋਏਗਾ, ਇਹਨਾਂ ਦੋਹਾਂ ਮਸਲਿਆਂ ਨੂੰ ਲੈ ਕੇ ਵੱਖ-ਵੱਖ ਫਰੰਟ ਦੇ ਉੱਤੋਂ ਕਿਸਾਨ ਘੇਰਣਗੇ। ਪਰ ਸਰਕਾਰ ਦੀ ਕਮੀ ਕਿੱਥੇ ਹੈ? ਕਿ ਕੀ ਸਰਕਾਰ ਦੇ ਕੋਲ ਪੈਸਾ ਨਹੀਂ? ਦਾਅਵੇ ਤਾਂ ਬਹੁਤ ਵੱਡੇ ਕੀਤੇ ਜਾਂਦੇ ਨੇ ਕਿ ਅਸੀਂ ਖੇਤੀ ਨੀਤੀ ਵੀ ਬਣਾਉਣੀ ਹੈ, ਹਾਲੇ ਉਹ ਵੀ ਨਹੀਂ ਆਈ, ਜਾਂ ਫਿਰ ਹੋਰ ਕਿਸਾਨਾਂ ਦੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਬੜੇ ਵੱਡੇ ਦਾਅਵੇ ਹੁੰਦੇ ਨੇ। ਪਰ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਲੱਗਦੀਆਂ ਤਾਂ ਸਰਕਾਰ ਦੇ ਅਕਸ ਤੇ ਜਾਂ ਸਰਕਾਰ ਦੀ ਨੀਤੀ ਤੇ ਨੀਅਤ ਉੱਤੇ ਸਵਾਲ ਉੱਠਦੇ ਨੇ ਕਿ ਜਦੋਂ ਤੁਸੀਂ ਹਰ ਛੋਟੀ ਗੱਲ ਤੇ ਟਵੀਟ ਕਰਦੇ ਹੋ ਤੇ ਤੁਹਾਨੂੰ ਇਹ ਤਸਵੀਰਾਂ ਕਿਉਂ ਨਹੀਂ ਨਜ਼ਰ ਆਉਂਦੀਆਂ? ਜਦੋਂ ਤੁਸੀਂ ਪਿਛਲੀਆਂ ਸਰਕਾਰਾਂ ਨੂੰ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਦੀਆਂ ਤਸਵੀਰਾਂ ਲਾ ਕੇ ਕਿ ਦੇਖੋ ਜੀ ਇਹਨਾਂ ਨੇ ਇੱਟ ਖੜਕਾ ਕੀਤਾ, ਸਾਡੀ ਸਰਕਾਰ 'ਚ ਇਹੋ ਜਿਹਾ ਕੁਝ ਨਹੀਂ ਹੋਏਗਾ, ਧਰਨਾ ਮੁਕਤ ਹੋਏਗੀ, ਸ਼ਾਂਤੀਪੂਰਨ ਹੋਏਗਾ, ਰੰਗਲਾ ਪੰਜਾਬ ਹੋਏਗਾ, ਤਾਂ ਉਸ ਰੰਗਲੇ ਪੰਜਾਬ ਦੇ ਵਿੱਚ ਇਹ ਰੰਗ ਕਿਉਂ ਨਹੀਂ ਨਜ਼ਰ ਆਉਂਦੇ ਜਿਹੜਾ ਕਿਸਾਨਾਂ ਦਾ ਸਭ ਤੋਂ ਅਹਿਮ ਰੰਗ ਹੈ? ਸੁਖਵਿੰਦਰ ਜੀ, ਇਸ ਵੇਲੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਆਪਾਂ ਸਾਰੇ ਜਾਣਦੇ ਹਾਂ। ਔਰ ਝੋਨੇ ਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਕਿ ਬਿਜਲੀ ਨਹੀਂ ਸੀ ਆਉਂਦੀ, ਬਿਜਲੀ ਦੇ ਵੱਡੇ ਕੱਟ ਲੱਗਦੇ ਸੀ, ਘਰਾਂ ਦੇ ਵਿੱਚ ਕੱਟ ਲੱਗਦੇ ਸੀਗੇ। ਹੁਣ ਕੀ ਹੋ ਰਿਹਾ ਹੈ? ਤੁਸੀਂ ਪਿਛਲੇ ਲੰਬੇ ਸਮੇਂ ਤੋਂ, ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮਾਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ,
ਲਗਾਤਾਰ ਬਿਜਲੀ ਜਿਹੜੀ ਹੈਗੀ ਹੈ ਸਰਪਲਸ ਹੁੰਦੀ ਤੁਹਾਨੂੰ ਨਜ਼ਰ ਆਏਗੀ। ਔਰ ਤੁਸੀਂ ਆਪ ਹੀ ਕਿਹਾ ਕਿ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਹੁਣ ਇੱਕ ਨਵਾਂ ਜਿਹੜਾ ਥਰਮਲ ਪਲਾਂਟ ਸਰਕਾਰ ਵੱਲੋਂ ਖਰੀਦਿਆ ਜਾ ਰਿਹਾ ਹੈ। ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ। ਇਹ ਆਪਾਂ ਨੂੰ ਹੋ ਸਕਦਾ ਕਿ ਅੱਜ ਇਹ ਸਧਾਰਨ ਗੱਲਾਂ ਲੱਗਦੀਆਂ ਹੋਣ ਕਿ ਜੀ ਥਰਮਲ ਪਲਾਂਟ ਖਰੀਦ ਲਿਆ ਫਿਰ ਕਿਹੜੀ ਗੱਲ ਹੋਊਗੀ। ਕਿਸੇ ਵੇਲੇ ਇਹੀ ਥਰਮਲ ਪਲਾਂਟ ਵੇਚਣ ਤੇ ਲਗਾ ਦਿੱਤੇ ਗਏ ਸੀਗੇ। ਸਰਕਾਰੀ ਜਿੰਨੀਆਂ ਵੀ ਸੰਸਥਾਵਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਉੱਤੇ ਤਲਵਾਰ ਲਟਕਦੀ ਸੀ, ਇਹ ਕਦੋਂ ਵਿਕੀਆਂ ਹੀ ਵਿਕੀਆਂ, ਕਦੋਂ ਇਹ ਪ੍ਰਾਈਵੇਟ ਹੋਈਆਂ ਹੀ ਹੋਈਆਂ। ਪਰ ਹੁਣ ਲਗਾਤਾਰ ਤੁਸੀਂ ਜਦੋਂ ਰੁਜ਼ਗਾਰ ਦੀ ਆਪਾਂ ਗੱਲ ਕਰਦੇ ਹਾਂ ਕਿ ਲਗਾਤਾਰ ਰੁਜ਼ਗਾਰ ਲੋਕਾਂ ਨੂੰ ਮਿਲ ਰਿਹਾ ਹੈ ਔਰ ਫੈਕਟਰੀਆਂ ਇੰਡਸਟਰੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਬਿਜਲੀ ਤੁਸੀਂ ਦੇਖਿਆ ਹੋਏਗਾ ਕਿ 300 ਯੂਨਿਟ ਹਰ ਲਗਭਗ 80-85% ਲੋਕਾਂ ਨੂੰ ਫ੍ਰੀ ਮਿਲ ਰਹੀ ਹੈ। ਔਰ ਇਸੇ ਤਰ੍ਹਾਂ ਆਪਾਂ ਚਾਹੇ ਹੈਲਥ ਦੀ ਗੱਲ ਕਰ ਲਈਏ, ਮੁਹੱਲਾ ਕਲੀਨਿਕਾਂ ਦੀ ਗੱਲ ਕਰ ਲਈਏ, ਯਾਨੀ ਕਿ ਇੱਕ ਪੰਜਾਬ ਨੂੰ ਲੀਹ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹੀ ਹੈ, ਇਹ ਤਾਂ ਹੁੰਦਾ ਨਹੀਂ ਹੈ ਕਦੇ ਵੀ ਕੋਈ ਵੀ ਸਰਕਾਰ ਹੋਵੇ ਦੁਨੀਆ ਦੀ ਕਿ ਜਿਹੜੀ ਹੁਣ ਰਾਤੋਂ ਰਾਤ ਹੀ ਜਾਦੂ ਦੀ ਛੜੀ ਨਾਲ ਸਾਰੀ ਪੁਰਾਣੇ 70-75 ਸਾਲਾਂ ਦੀਆਂ ਜੋ ਕਮਜ਼ੋਰੀਆਂ ਨੇ, ਜੋ ਕਮੀਆਂ ਸੀ ਉਹਨਾਂ ਨੂੰ ਦੂਰ ਕਰਦੀ। ਸੋ ਇਹਦੇ ਲਈ ਸਮਾਂ ਚਾਹੀਦਾ ਹੈ। ਇਹਦੇ ਲਈ ਵੱਡੀ ਗੱਲ ਹੁੰਦੀ ਸਮੇਂ ਨਾਲੋਂ ਵੀ ਮੈਂ ਇਹ ਕਹਿਣਾ ਕਿ ਨੀਤ ਔਰ ਨੀਤੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਨੀਤ ਔਰ ਨੀਤੀ ਹੈ ਕਿਸੇ ਵੀ ਸਰਕਾਰ ਕੋਲ, ਤਾਂ ਕੋਈ ਇਹ ਸਮੱਸਿਆਵਾਂ ਕੋਈ ਵੱਡੀਆਂ ਨਹੀਂ ਸਮੱਸਿਆਵਾਂ, ਨਾ ਕੋਈ ਇਹ ਹੈਲਥ ਦੀਆਂ ਸਮੱਸਿਆਵਾਂ ਵੱਡੀਆਂ ਨੇ, ਨਾ ਐਜੂਕੇਸ਼ਨ ਦੀਆਂ ਸਮੱਸਿਆਵਾਂ ਵੱਡੀਆਂ ਨੇ, ਨਾ ਹੀ ਕਿਸਾਨੀ ਦੀਆਂ ਕੋਈ ਵੱਡੀਆਂ ਸਮੱਸਿਆਵਾਂ ਨੇ। ਇਹ ਸਮੱਸਿਆਵਾਂ ਬਹੁਤ ਛੇਤੀ ਹੱਲ ਹੋ ਸਕਦੀਆਂ ਨੇ। ਸੋ ਇਹ ਹੱਲ ਤੁਹਾਨੂੰ ਨਜ਼ਰ ਹੁੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਈਆਂ ਵੀ ਨੇ। ਮੈਂ ਨਹੀਂ ਕਹਿੰਦਾ ਕਿ ਹੋਈਆਂ ਨੇ, ਵੱਡੀਆਂ ਹੋਈਆਂ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਕਮੀਆਂ ਰਹੀਆਂ ਨੇ ਉਹ ਵੀ ਦੂਰ ਹੋਣਗੀਆਂ। ਹਜੇ ਸਮਾਂ ਬਹੁਤ ਪਿਆ ਹੈ। ਹਜੇ ਲਗਭਗ ਤੁਸੀਂ ਦੇਖੋਗੇ ਕਿ 1.25 ਸਾਲ ਹੋਇਆ ਔਰ 1.25 ਸਾਲ ਤੋਂ ਬਾਅਦ ਹਜੇ ਦੂਜਾ ਗੇਅਰ ਪਿਆ, ਹਜੇ ਟੌਪ ਗੇਅਰ ਵੀ ਪੈਣਾ ਹੈ। ਜਦੋਂ 5ਵਾਂ ਸਾਲ ਹੋਣਾ ਉਦੋਂ ਟੌਪ ਗੇਅਰ ਵੀ ਪੈਣਾ, ਉਦੋਂ ਗੱਡੀ ਜਿਹੜੀ ਪੰਜਾਬ ਦੀ ਤੁਸੀਂ ਦੌੜਦੀ ਉਦੋਂ ਤੱਕ ਤੁਸੀਂ ਦੇਖੋਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਨੂੰ ਸਰਕਾਰ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ। ਅਸੀਂ ਧਰਨੇ ਲਾਉਣਾ ਤਾਂ ਸੌਖਾ ਕੰਮ ਹੈ, ਕੋਈ ਗੱਲ ਨਹੀਂ, ਮੈਂ ਤੁਸੀਂ ਸਾਰੇ ਅਸੀਂ ਧਰਨਾ ਕਦੋਂ ਵੀ ਕਿਸੇ ਦੇ ਖਿਲਾਫ ਵੀ ਲਾ ਸਕਦੇ ਹਾਂ, ਸਾਡਾ ਹੱਕ ਹੈ। ਪਰ ਸਰਕਾਰ ਨੂੰ ਸਾਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ ਔਰ ਉਹ ਮਸਲੇ ਜਿਹੜੇ ਨੇ ਹੱਲ ਹੋਣਗੇ। ਜਿਵੇਂ ਤੁਸੀਂ ਕਿਹਾ ਹੈ ਕਿ ਖੇਤੀਬਾੜੀ ਨੀਤੀ ਵੀ ਬਣੇਗੀ, ਐਜੂਕੇਸ਼ਨ ਨੀਤੀ ਵੀ ਬਣੇਗੀ ਔਰ ਲੈਂਗੁਏਜ ਦੀ ਨੀਤੀ ਵੀ ਬਣੇਗੀ। ਯਾਨੀ ਕਿ ਸਾਰੀਆਂ ਚੀਜ਼ਾਂ ਇੱਕ ਪਲੈਨਿੰਗ ਦੇ ਅਨੁਸਾਰ ਇਹ ਡਿਵੈਲਪ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ। ਸੁਖਵਿੰਦਰ ਜੀ, ਪਰ ਡਾਕਟਰ ਸਾਹਿਬ ਸਾਲ ਡੇਢ ਤੋਂ ਉੱਤੇ ਦਾ ਸਮਾਂ ਲੰਘ ਚੁੱਕਿਆ। ਕਿਸਾਨਾਂ ਨੂੰ ਇਹ ਤਾਂ ਕਹਿੰਦੇ ਸੀ ਆਉਣ ਤੋਂ ਪਹਿਲਾਂ ਕਿ MSP ਜਿਹੜੀ ਆ ਉਹ 5 ਮਿੰਟਾਂ ਦੇ ਵਿੱਚ ਦੇ ਦੇਵਾਂਗੇ। ਮੂੰਗੀ ਦੀ ਫਸਲ ਦਾ ਤੁਸੀਂ ਹਾਲ ਦੇਖਿਆ ਕੀ ਹੋਇਆ। ਹੁਣ ਵੀ ਕਿਸਾਨ ਜਿਹੜੇ ਨੇ ਜੇ ਉਹ ਡਾਇਵਰਸਿਫਿਕੇਸ਼ਨ ਵਾਲੇ ਪਾਸੇ ਤੁਰਦੇ ਨੇ, ਖੇਤੀ ਵਿਭਿੰਨਤਾ ਵਾਲੇ ਪਾਸੇ ਤੁਰਦੇ ਨੇ, ਤਾਂ ਉਹਨਾਂ ਦੀ ਫਸਲ ਦਾ ਮੰਡੀਕਰਨ ਨਹੀਂ ਹੁੰਦਾ। ਜੇ ਹੁਣ ਗੜੇਮਾਰੀ ਜਾਂ ਬਰਸਾਤੀ ਮਾਰ ਆ ਜਾਂ ਕੁਦਰਤੀ ਮਾਰ ਜਦੋਂ ਕਿਸਾਨਾਂ ਦੀ ਫਸਲਾਂ ਨੂੰ ਪੈਂਦੀ ਆ ਤਾਂ ਫਿਰ ਉਹ ਦਾਅਵੇ ਹਵਾ 'ਚ ਕਿਉਂ ਲਟਕੇ ਰਹਿ ਜਾਂਦੇ ਨੇ। 1.5 ਸਾਲ ਦੇ ਵਿੱਚ ਕੋਈ ਇਹੋ ਜਿਹੀ ਨੀਤੀ ਕਿਉਂ ਨਹੀਂ ਬਣ ਪਈ ਜਾਂ ਕੋਈ ਇਹੋ ਜਿਹਾ ਹੱਲ ਕਿਉਂ ਨਹੀਂ ਕੱਢਿਆ ਜਾ ਸਕਿਆ ਜਿਹੜਾ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨਾਂ ਤੋਂ ਹਟਾ ਕੇ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਵਿੱਚ, ਜੋ ਖੇਤੀ ਦੇ ਧੰਦੇ ਦੇ ਵਿੱਚ ਵਧੀਆ ਤੋਂ ਵਧੀਆ ਕਰ ਸਕਦੇ ਨੇ, ਲਾਹੇਵੰਦ ਹੋਰ ਬਣਾ ਸਕਦੇ ਨੇ, ਉਹਦੇ 'ਚ ਆਪਣਾ ਯੋਗਦਾਨ ਪਾਉਣ ਬਜਾਏ ਇਸ ਦੇ ਕਿ ਉਹਨਾਂ ਨੂੰ ਸੜਕਾਂ ਤੇ ਰੱਖਿਆ ਜਾਂਦਾ ਹੈ। ਦੇਖੋ ਸੁਖਵਿੰਦਰ ਜੀ, ਵਿਰੋਧੀ ਧਿਰਾਂ ਤਾਂ ਸੜਕਾਂ ਤੇ ਉਹਨਾਂ ਦਾ ਕੰਮ ਹੈ ਔਰ ਉਹਨਾਂ ਦੀਆਂ ਜਿੰਨੀਆਂ ਵੀ ਵਿਰੋਧੀ ਧਿਰਾਂ ਨਾਲ ਸੰਬੰਧਿਤ ਕਿਸਾਨਾਂ ਦੀਆਂ ਪਾਰਟੀਆਂ ਜਾਂ ਜਥੇਬੰਦੀਆਂ ਹੁੰਦੀਆਂ ਨੇ, ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਭਾਈ ਅਸੀਂ ਵਿਰੋਧੀ ਧਿਰ ਦਾ ਕੰਮ ਕਰਨਾ ਹੈ ਆਪਣਾ। ਸੋ ਵਿਰੋਧ ਕਰਨਾ ਇਹ ਹਮੇਸ਼ਾ ਹੀ ਚੱਲੇਗਾ, ਇਹ ਔਰ ਪੂਰੀ ਦੁਨੀਆ ਦੇ ਵਿੱਚ ਇਹ ਚੱਲਦਾ ਹੈ। ਸੋ ਇਸ ਕਰਕੇ ਜਿੱਥੋਂ ਤੱਕ ਮਾਨ ਸਾਹਿਬ ਦੀ ਸਰਕਾਰ ਹੈ, ਤੁਸੀਂ ਪਿਛਲੇ 1.25 ਸਾਲ ਦਾ ਜੇ ਆਪਾਂ ਰਿਜ਼ਲਟ ਕਾਰਡ ਦੇਣਾ ਹੋਵੇ ਤਾਂ ਰਿਜ਼ਲਟ ਕਾਰਡ ਇਹੀ ਹੈ ਕਿ ਕਿਸਾਨਾਂ ਨੂੰ ਤੁਸੀਂ ਦੇਖਿਆ ਹੋਏਗਾ ਕਿ ਚਾਹੇ ਉਹ ਪਾਣੀ ਹੈ, ਚਾਹੇ ਉਹਨਾਂ ਦੀਆਂ ਫਸਲਾਂ ਨੇ, ਚਾਹੇ ਕੋਈ ਹੋਰ ਸਮੱਸਿਆਵਾਂ ਸੀਗੀਆਂ, ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ, ਮੈਂ ਨਹੀਂ ਕਹਿੰਦਾ ਕਿ ਅਸੀਂ 100% ਇਹ ਸਾਰਾ ਕੰਮ ਹੋ ਗਿਆ, ਪਰ ਪੂਰੀ ਇਮਾਨਦਾਰੀ ਇੱਕ ਝਲਕਦੀ ਨਜ਼ਰ ਆਈ ਹੈ। ਚਾਹੇ ਜ਼ਮੀਨਾਂ ਨੂੰ ਛੁਡਾਉਣ ਦੀ ਗੱਲ ਹੋਵੇ, ਚਾਹੇ ਫਸਲਾਂ ਚੁੱਕਣ ਦੀ ਗੱਲ ਹੋਵੇ, ਚਾਹੇ ਕੋਈ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਸੀਗੀਆਂ ਹੋਰ ਉਦਾਂ ਦੀਆਂ ਹੋ ਜਾਣ। ਹਾਂ, ਜਿਹੜੀ MSP ਦੀ ਗੱਲ ਕਰ ਰਹੇ ਹੋ, ਉਹ MSP ਕਦੇ ਵੀ ਜਦੋਂ ਸੈਂਟਰ ਸਰਕਾਰ ਹੁੰਦੀ ਹੈ ਤੁਹਾਨੂੰ ਉਹਦੇ ਨਾਲ ਤਾਲਮੇਲ ਬਿਠਾ ਕੇ ਹੀ MSP ਦਿੱਤੀ ਜਾਂਦੀ ਹੈ ਕਿਸਾਨਾਂ ਨੂੰ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ BJP ਸਰਕਾਰ ਕਦੇ ਵੀ ਕਿਸਾਨਾਂ ਦੇ ਵਿਰੋਧ ਦੇ ਵਿੱਚ, ਆਪਾਂ ਨੂੰ ਪਤਾ ਹੀ ਹੈ ਕਿ ਹਮੇਸ਼ਾ ਹੀ ਉਹਨਾਂ ਨੇ ਕਿਸਾਨਾਂ ਦੇ ਵਿਰੋਧ ਦੀ ਗੱਲ ਕੀਤੀ ਹੈ। ਸੋ ਜੇਕਰ ਹੁਣ BJP ਸਰਕਾਰ ਨੂੰ ਹੌਲੀ ਤਰਕ ਦੇ ਨਾਲ, ਲੌਜਿਕ ਦੇ ਨਾਲ ਉਹਨਾਂ ਨੂੰ ਦੱਸਣਾ ਪਏਗਾ ਕਿ ਭਾਈ ਸਾਨੂੰ MSP ਜਿਹੜੀ ਹੈਗੀ ਹੈ, ਅਸੀਂ 2 ਫਸਲੀ ਚੱਕਰ ਤੋਂ, ਜੇਕਰ ਅਸੀਂ ਵਾਤਾਵਰਨ ਨੂੰ ਬਚਾਉਣਾ ਹੈ, ਜੇਕਰ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ, ਜੇਕਰ ਹਵਾ ਨੂੰ ਬਚਾਉਣਾ ਹੈ,
ਤਾਂ ਉਹਨਾਂ ਨੂੰ ਬਾਕੀ ਫਸਲਾਂ ਵੱਲ ਲਾਉਣਾ ਪਏਗਾ ਔਰ ਉਹਦੇ ਲਈ ਸੈਂਟਰ ਸਰਕਾਰ ਦੀ ਵੀ ਜਿਹੜੀ ਹੈਗੀ ਹੈ ਸਹਾਇਤਾ ਔਰ ਸਹਿਯੋਗ ਦੀ ਲੋੜ ਪਏਗੀ। ਸੋ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਡਾਇਲੌਗ ਦੇ ਨਾਲ, ਸੰਵਾਦ ਦੇ ਨਾਲ ਸੈਂਟਰ ਸਰਕਾਰ ਨਾਲ ਇਹ ਗੱਲ ਹੋ ਜਾਂਦੀ ਹੈ ਔਰ ਪੰਜਾਬ ਉਸ ਦੋ ਫਸਲੀ ਚੱਕਰ ਚੋਂ ਨਿਕਲ ਸਕਦਾ ਹੈ ਔਰ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਹੈਗੀ ਹੈ ਬਾਕੀ ਫਸਲਾਂ ਦੇ ਉੱਤੇ MSP ਜਿਹੜੀ ਹੈਗੀ ਹੈ ਦਿੱਤੀ ਜਾਣੀ ਚਾਹੀਦੀ ਹੈ ਔਰ ਇਹ ਹੋਏਗਾ, ਬਹੁਤ ਛੇਤੀ ਹੋ ਜਾਏਗਾ। ਹੁਣ ਜਿਵੇਂ ਜਿਹੜਾ ਨਹਿਰਾਂ ਦਾ ਪਾਣੀ ਤੁਸੀਂ ਦੇਖਿਆ ਹੋਏਗਾ ਕਿ ਜੇਕਰ ਨਹਿਰਾਂ ਦਾ ਪਾਣੀ ਹੁਣ ਸ਼ਿਫਟ ਹੋ ਰਿਹਾ ਹੈ ਔਰ ਖੇਤਾਂ ਨੂੰ ਮਿਲ ਰਿਹਾ ਹੈ ਤਾਂ ਇਹਦੇ ਨਾਲ ਦੋ ਫਸਲੀ ਜਿਹੜਾ ਹੈਗਾ ਚੱਕਰ ਤੋਂ ਪੰਜਾਬ ਜਿਹੜਾ ਹੈਗਾ ਬਚੇਗਾ ਔਰ ਪੰਜਾਬ ਦਾ ਪਾਣੀ ਤੁਸੀਂ ਦੇਖੋਗੇ ਕਿ ਕੁਝ ਸਾਲਾਂ ਦੇ ਵਿੱਚ ਉੱਪਰ ਜਾਏਗਾ। ਸੋ ਇਹ ਹੌਲੀ ਹੌਲੀ ਚੀਜ਼ਾਂ ਹੋਣ ਵਾਲੀਆਂ ਨੇ ਔਰ ਸਰਕਾਰ ਜਿਹੜੀ ਹੈਗੀ ਆ ਮੈਨੂੰ ਬੜੀ ਤੇਜ਼ੀ ਦੇ ਨਾਲ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਨਵੇਂ ਆਏ ਨੇ ਉਹ ਬੜੇ ਉਤਸ਼ਾਹ ਦੇ ਨਾਲ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ। ਸੋ ਉਮੀਦ ਹੈ ਕਿ ਪੰਜਾਬ ਛੇਤੀ ਇਸ ਸਾਰੀਆਂ ਸਮੱਸਿਆਵਾਂ ਤੋਂ ਜਿਹੜਾ ਹੈਗਾ ਪਾਰ ਪਾ ਲਏਗਾ। ਸੁਖਿੰਦਰ ਜੀ, ਜਿੱਥੋਂ ਤੱਕ ਸਵਾਲ ਹੈ ਪਾਣੀ ਦਾ, BBMB ਦਾ ਮਸਲਾ ਜਾਂ ਹਿਮਾਚਲ ਦੇ ਨਾਲ, ਜਿਵੇਂ ਹਿਮਾਚਲ ਨੇ ਫਿਰ ਤੋਂ ਦਾਅਵਾ ਠੋਕਿਆ, ਸਬ ਕਮੇਟੀ ਬਣਾ ਦਿੱਤੀ ਹੈ, ਚੰਡੀਗੜ੍ਹ ਦੇ ਉੱਤੇ ਦਾਅਵਾ ਠੋਕਿਆ ਜਾ ਰਿਹਾ, ਤੇ ਉਧਰੋਂ ਹਰਿਆਣੇ ਦੀ ਇਲੈਕਸ਼ਨ ਜਾਂ ਰਾਜਸਥਾਨ ਦੇ ਵਿੱਚ ਜਾਂ ਜਿੱਧਰ ਵੀ ਇਲੈਕਸ਼ਨਸ ਦਾ ਜ਼ੋਰ ਆ, ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਨਾਲ ਭਗਵੰਤ ਮਾਨ ਸਾਹਿਬ ਜਹਾਜ਼ ਲੈ ਕੇ ਸਾਰੇ ਕਿਤੇ ਗੇੜਾ ਲਾ ਰਹੇ ਨੇ। ਹੁਣ ਵੀ ਸ਼ਾਇਦ ਮੈਂ ਪੜ੍ਹ ਰਿਹਾ ਸੀ ਉੱਤਰਾਖੰਡ 'ਚ ਸ਼ਾਇਦ ਗਏ ਹੋਏ ਨੇ ਕਿ ਉੱਥੇ ਜਾ ਕੇ ਵੀ ਇਹੀ ਪ੍ਰਚਾਰ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਇੱਕ ਵੱਖਰੀ ਸਿਆਸਤ ਲੈ ਕੇ ਸਾਹਮਣੇ ਆ ਰਹੀ ਹੈ, ਜਿਹਦੇ ਕਰਕੇ ਵਿਰੋਧੀਆਂ ਦੇ ਵਿੱਚ ਜਿਹੜਾ ਉਹ ਡਰ ਪਿਆ। ਮੈਂ ਇੱਥੇ ਜੋੜ ਦੇਣਾ ਕਿ ਮੁੱਖ ਮੰਤਰੀ ਸਾਹਿਬ ਝਾਰਖੰਡ ਵਾਲੇ ਪਾਸੇ ਗਏ ਹੋਏ ਨੇ ਕੇਜਰੀਵਾਲ ਸਾਹਿਬ ਦੇ ਨਾਲ। ਇੱਥੇ ਇੱਕ ਮਿੰਟ ਮੈਂ ਇਹਨੂੰ ਦਰੁਸਤ ਕਰਾਂ, ਛੱਤੀਸਗੜ੍ਹ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਪਹੁੰਚੇ ਹੋਏ ਨੇ। ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹਿਮਾਚਲ ਦੀ ਟਸਲ ਚੱਲਦੀ ਹੈ, ਇਹਨਾਂ ਨੇ ਹਰਿਆਣੇ 'ਚ ਵੀ ਸਰਕਾਰ ਬਣਾਉਣ ਨੂੰ ਲੈ ਕੇ ਚਾਰਾਜੋਈ ਸ਼ੁਰੂ ਕੀਤੀ ਹੋਈ ਹੈ ਕਿ ਜਦੋਂ ਚੋਣਾਂ ਆਈਆਂ ਤੇ ਡੰਕਾ ਆਪਣਾ ਵਜਾ ਦੇਣਾ ਆ। ਤੇ ਤਾਂ ਫਿਰ ਸਥਿਤੀ ਕਿੱਦਾਂ ਦੀ ਹੋਏਗੀ, ਹਰਿਆਣੇ ਦੇ ਵਿੱਚ ਕਿੱਦਾਂ ਦੀ ਰਹੇਗੀ, ਹਿਮਾਚਲ ਦੇ ਵਿੱਚ ਤਾਂ ਹੁਣ ਚਲੋ ਸਰਕਾਰ ਸੁੱਖੂ ਸਾਹਿਬ ਦੀ ਹੈ ਤੇ ਉਹ ਕਿਸ ਤਰ੍ਹਾਂ ਚੱਲਦੇ ਨੇ। ਸਰਕਾਰ ਦਾਅਵੇ ਪੰਜਾਬ ਦੀ ਕਰਦੀ ਤਾਂ ਹੈ ਕਿ ਨਹੀਂ ਦੇਣ ਦੇਣਾ, ਪਰ ਇਹ ਮੈਂ ਕਈਆਂ ਦੇ ਨਾਲ ਸਵਾਲ ਕੀਤਾ ਆ ਕਿ ਇਸ ਮਸਲੇ ਦਾ ਬਹਿ ਕੇ ਕੋਈ ਯਕਮੁਸ਼ਤ ਹੱਲ ਕਿਉਂ ਨਹੀਂ ਕੱਢਿਆ ਜਾਂਦਾ ਕਿ ਸਿਰਫ ਇਹਨੂੰ ਸਿਆਸੀ ਮੁੱਦਾ ਬਣਾ ਕੇ ਇਹਦਾ ਲਾਹਾ ਹੀ ਲਾਹਾ ਲੈਣਾ। ਬਿਲਕੁਲ ਦੇਖੋ, ਇਹ ਪੰਜਾਬ ਨੂੰ ਬਣਾਉਣ ਦੇ ਪਿੱਛੇ ਵੀ ਸਿਆਸਤ ਸੀਗੀ, ਪੰਜਾਬ ਨੂੰ ਕੱਟਣ ਵੱਢਣ ਦੇ ਪਿੱਛੇ ਵੀ ਸਿਆਸਤ ਸੀਗੀ। ਤੁਸੀਂ ਦੇਖੋ 47 ਤੋਂ ਲੈ ਕੇ ਆਪਾਂ ਅੱਜ ਤੱਕ ਜੇ ਦੇਖੀਏ ਜਿੰਨੇ ਪੰਜਾਬ ਦੇ ਟੁਕੜੇ ਹੋਏ ਨੇ ਉਹਦੇ ਪਿੱਛੇ ਸਿਆਸਤ ਸੀਗੀ ਔਰ ਸਿਆਸਤੀ ਇਹਨੂੰ ਸਹੀ ਕਰੇਗੀ। ਸੋ ਇਹ ਤਾਂ ਗੱਲ ਇੱਕ ਸਿਧਾਂਤਕ ਤੌਰ ਤੇ ਬਣਦੀ ਹੈ। ਦੂਜੀ ਗੱਲ ਜਿਹੜੀ ਆਪਾਂ ਹਿਮਾਚਲ ਪ੍ਰਦੇਸ਼ ਦੇ ਜਦੋਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਹ ਹੁਣ ਪੁਰਾਣੇ ਮੁਰਦੇ ਉਖਾੜ ਕੇ ਜਿਹੜਾ ਸੀਗਾ ਉਹਨਾਂ ਨੂੰ ਦੁਬਾਰਾ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਗੱਲ ਬਿਲਕੁਲ ਤੁਸੀਂ ਆਪ ਹੀ ਸਿਆਣੇ ਹੋ ਕਿ ਹੁਣ ਆਪਾਂ ਜੇ ਹਿਮਾਚਲ ਦੀ ਗੱਲ ਕਰੀਏ ਔਰ 66 ਦੇ ਵਿੱਚ ਸਾਡਾ ਪੰਜਾਬੀ ਸੂਬਾ ਜਿਹੜਾ ਨਵਾਂ ਪੰਜਾਬੀ ਸੂਬਾ ਕੀ ਸੂਬੀ ਬਣੀ ਸੀਗੀ, ਕੱਟ ਵੱਢ ਦਿੱਤਾ ਗਿਆ ਔਰ ਜੇਕਰ ਉਦੋਂ ਤੋਂ ਲੈ ਕੇ ਆਪਾਂ ਅੱਜ ਤੱਕ ਗੱਲ ਕਰੀਏ ਕਿੰਨੇ ਸਾਲ ਬਣਦੇ ਆ ਔਰ ਉਹਦੇ ਵਿੱਚ ਸੈਂਟਰ ਦੇ ਵਿੱਚ ਕਾਂਗਰਸ ਸਰਕਾਰਾਂ ਰਹੀਆਂ ਨੇ, ਹਿਮਾਚਲ ਦੇ ਵਿੱਚ ਸਰਕਾਰਾਂ ਰਹੀਆਂ ਨੇ ਕਾਂਗਰਸ ਦੀਆਂ, ਪੰਜਾਬ ਦੇ ਵਿੱਚ ਰਹੀਆਂ ਨੇ। ਇਹ ਗੱਲਾਂ ਉਦੋਂ ਕਿਉਂ ਨਹੀਂ ਕਲੀਅਰ ਕੀਤੀਆਂ ਗਈਆਂ? ਇਹ ਮਤਲਬ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਮੁੱਦੇ ਸੀਗੇ ਕਾਂਗਰਸ ਦੇ ਤਾਂ ਜਦੋਂ ਤੁਹਾਡੀ ਆਪਣੀ ਸਰਕਾਰ ਪੰਜਾਬ ਦੇ ਵਿੱਚ ਸੀਗੀ, ਆਪਣੀ ਸਰਕਾਰ ਹਿਮਾਚਲ ਦੇ ਵਿੱਚ ਸੀਗੀ, ਆਪਣੀ ਹੀ ਸਰਕਾਰ ਤੁਹਾਡੀ ਕੇਂਦਰ ਦੇ ਵਿੱਚ ਸੀਗੀ, ਇਹ ਮਸਲੇ ਉਦੋਂ ਹੱਲ ਹੋ ਜਾਣੇ ਚਾਹੀਦੇ ਸੀਗੇ। ਅੱਜ ਜਦੋਂ ਹੁਣ 24 ਦੇ ਵਿੱਚ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ, ਹੁਣ ਤੁਸੀਂ ਸ਼ਗੂਫੇ ਛੱਡ ਰਹੇ ਹੋ ਕਿ ਜੀ ਹੁਣ ਸਾਨੂੰ ਇਹ ਆਹ ਹਿੱਸਾ ਵੀ ਦੇ ਦਿਓ, ਹੁਣ ਸਾਨੂੰ ਆਹ ਪ੍ਰੋਜੈਕਟ ਵੀ ਦੇ ਦਿਓ, ਹੁਣ ਸਾਨੂੰ ਜਿਹੜੀਆਂ ਸਾਡੀਆਂ ਰਿਪੇਰੀਅਨ ਲਾਅ ਨੂੰ ਖਤਮ ਕਰ ਦਿਓ। ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋ ਰਹੀਆਂ ਨੇ ਕਿਉਂਕਿ ਇਹਦੇ ਪਿੱਛੇ ਸਿਆਸਤ ਜਿਹੜੀ ਹੈਗੀ ਹੈ ਵੱਧ ਦਿਖਾਈ ਦੇ ਰਹੀ ਹੈ। ਹੁਣ ਪੰਜਾਬ ਕਦੇ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਹੀ ਸਾਨੂੰ ਤਾਂ ਇੰਨਾ ਵੱਢ ਟੁੱਕ ਦਿੱਤਾ ਗਿਆ ਕਿ ਸਾਡਾ ਰਾਜਸਥਾਨ ਸਾਡਾ ਪਾਣੀ ਲੈ ਰਿਹਾ ਰਿਪੇਰੀਅਨ ਲਾਅ ਦੇ ਮੁਤਾਬਕ, ਤਾਂ ਫਿਰ ਤਾਂ ਸਾਨੂੰ ਰਾਜਸਥਾਨ ਤੋਂ ਅਰਬਾਂ ਰੁਪਈਆ ਜਿਹੜਾ ਸੀਗਾ ਉਹ ਮਿਲਣਾ ਚਾਹੀਦਾ। ਰਾਜਸਥਾਨ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ ਔਰ ਜੇ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਰਿਪੇਰੀਅਨ ਲਾਅ ਨੂੰ ਲਾਗੂ ਨਹੀਂ ਕਰਾਂਗੇ, ਨਹੀਂ ਮੰਨਦੇ, ਤਾਂ ਫਿਰ ਸਾਡੇ ਜਿਹੜੇ ਰਾਜਸਥਾਨ ਦੇ ਮੁੱਖ ਮੰਤਰੀ ਨੇ ਉਹ ਸਾਡਾ ਪੈਸਾ ਦੇਣ ਨਾ, ਸਾਡਾ ਅਰਬਾਂ ਰੁਪਈਆ ਜਿਹੜਾ ਲੰਬੇ ਸਮੇਂ ਤੋਂ ਸਾਡਾ ਪਾਣੀ ਗਿਆ ਉੱਤੇ ਔਰ ਉਹਨਾਂ ਨੇ ਵਰਤਿਆ ਉਹਦੇ ਪੈਸੇ ਸਾਨੂੰ ਦੇਣ। ਉੱਥੇ ਵੀ ਕਾਂਗਰਸੀ ਸਰਕਾਰ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਸਿਆਸਤ ਜਿਹੜੀ ਹੈਗੀ ਆ ਔਰ ਸਿਆਸਤ ਵੀ ਉਸ ਤਰ੍ਹਾਂ ਦੀ ਕਿ ਜਿਹਦਾ ਕੋਈ ਜੜ ਹੈ ਹੀ ਨਹੀਂ ਹੈ, ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ।
ਸੋ ਜੇਕਰ ਤੁਸੀਂ ਇਦਾਂ ਦੀ ਸਿਆਸਤ ਕਰੋਗੇ, ਤੁਹਾਨੂੰ ਸਿਆਸਤ ਕੀ ਕਰਨੀ ਚਾਹੀਦੀ ਸੀਗੀ ਕਿ ਹਿਮਾਚਲ ਦੇ ਲੋਕਾਂ ਨੂੰ ਐਜੂਕੇਸ਼ਨ ਕਿਵੇਂ ਮਿਲੇ ਵਧੀਆ, ਉੱਥੇ ਹੈਲਥ ਕਿਵੇਂ ਵਧੀਆ ਹੋਵੇ, ਉੱਥੇ ਜਿਹੜੀਆਂ ਬੁਨਿਆਦੀ ਸੜਕਾਂ ਆਪਾਂ ਸਾਰੇ ਜਾਣਦੇ ਆ, ਪੰਜਾਬ ਦੇ ਲੋਕ ਬਹੁਤ ਉੱਥੇ ਪਹਾੜਾਂ 'ਚ ਘੁੰਮਣ ਜਾਂਦੇ ਨੇ, ਕਿਵੇਂ ਪਿਛਲੇ ਦਿਨਾਂ ਦੇ ਵਿੱਚ ਥੋੜੀ ਜਿਹੀ ਬਾਰਿਸ਼ ਤੋਂ ਬਾਅਦ ਉੱਥੇ ਤੂਫਾਨ ਵਰਗੇ ਔਰ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਉੱਥੇ ਧਿਆਨ ਦੇਣ ਦੀ ਬਜਾਏ ਜਦੋਂ ਤੁਸੀਂ ਲੋਕਾਂ ਨੂੰ, ਪੰਜਾਬੀਆਂ ਨੂੰ ਔਰ ਹਿਮਾਚਲੀਆਂ ਨੂੰ ਇਦਾਂ ਲੜਾ ਕੇ ਪੋਲਰਾਈਜੇਸ਼ਨ ਕਰੋਗੇ ਤਾਂ ਲਾਜ਼ਮੀ ਤੌਰ ਤੇ ਉਹਦਾ ਖਮਿਆਜਾ ਕਾਂਗਰਸ ਨੂੰ ਔਰ ਪੰਜਾਬ ਦੀ ਕਾਂਗਰਸ ਨੂੰ ਤਾਂ ਭੁਗਤਣਾ ਹੀ ਪੈਣਾ, ਔਰ ਹਿਮਾਚਲ ਦੀ ਕਾਂਗਰਸ ਨੂੰ ਵੀ ਭੁਗਤਣਾ ਪਏਗਾ, ਰਾਜਸਥਾਨ ਦੀ ਕਾਂਗਰਸ ਨੂੰ ਵੀ ਭੁਗਤਣਾ ਪਏਗਾ। ਸੋ ਇਹ ਜਿਹੜੀ ਬਿਆਨਬਾਜ਼ੀ ਹੈ ਇਦਾਂ ਦੀ ਨਹੀਂ ਚਾਹੀਦੀ। ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੀ ਹੈ, ਔਰ ਕਿਵੇਂ ਹਰਿਆਣੇ ਦੇ ਵਿੱਚ ਬਿਲਕੁਲ ਸਾਡੇ ਨਾਲ ਲੱਗਦਾ ਸੂਬਾ ਹੈ, ਉਹਨਾਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਜਦੋਂ ਇਦਾਂ ਦੀਆਂ ਗਲਤ ਬਿਆਨਬਾਜ਼ੀਆਂ ਕਰਦੇ ਨੇ ਕਿ ਜੀ ਯੂਨੀਵਰਸਿਟੀ ਸਾਨੂੰ, ਪੰਜਾਬ ਯੂਨੀਵਰਸਿਟੀ ਸਾਨੂੰ ਦੇ ਦਿਓ, ਸਾਨੂੰ ਚੰਡੀਗੜ੍ਹ ਸਾਨੂੰ ਦੇ ਦਿਓ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਸੱਚਾਈ ਦੀ ਬਜਾਏ ਸਿਰਫ ਸਿਆਸਤ, ਔਰ ਉਹ ਵੀ ਇੱਕ ਘਟੀਆ ਸਿਆਸਤ, ਮੈਂ ਨਹੀਂ ਕਹਿੰਦਾ ਸਿਆਸਤ ਹੋਣੀ ਚਾਹੀਦੀ ਹੈ, ਚੰਗੀ ਸਿਆਸਤ, ਲੋਕਾਂ ਦੇ ਪੱਖ ਦੀ ਸਿਆਸਤ ਹੋਵੇ, ਪਰ ਇਦਾਂ ਦੀ ਜਿਹੜੀ ਘਟੀਆ ਸਿਰਫ ਬਿਆਨਬਾਜ਼ੀ ਤੱਕ, ਸਿਰਫ ਬਿਆਨਬਾਜ਼ੀ ਨਾਲ ਲੋਕਾਂ ਨੂੰ ਲੜਾ ਕੇ ਜਿਹੜੀ ਹੈਗੀ ਪੋਲਰਾਈਜੇਸ਼ਨ ਕਰਨੀ, ਇਹ ਕੋਈ ਚੰਗੀ ਸਿਆਸਤ ਨਜ਼ਰ ਨਹੀਂ ਆ ਰਹੀ ਸੁਖਵਿੰਦਰ ਜੀ। ਕੀ ਇਹ ਠੀਕ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਛੋਟੀ-ਛੋਟੀ ਗੱਲ ਨੂੰ ਲੈ ਕੇ ਜਦੋਂ ਟਵੀਟ ਜ਼ਰੀਏ ਟਿੱਚਰ ਕਰਦੇ ਨੇ ਤਾਂ ਵਿਰੋਧੀ ਧਿਰਾਂ ਜਿਵੇਂ ਪ੍ਰਤਾਪ ਸਿੰਘ ਬਾਜਵਾ ਹੋਣਾ ਨੂੰ ਲੈ ਕੇ ਕੀਤਾ ਕਿ ਪ੍ਰਤਾਪ ਸਿੰਘ ਭਾਜਪਾ ਨੇ ਤਾਂ ਹੁਣ ਇਸ ਮਸਲੇ ਤੇ ਹਿਮਾਚਲ ਵਾਲੇ ਤੇ ਕੀ ਕਹਿਣਗੇ, ਕਹਿੰਦੇ ਦੋਨਾਂ ਦਾ ਪੱਖ ਰੱਖ ਦਿਓ, ਭਾਜਪਾ ਦਾ ਵੀ ਰੱਖ ਦਿਓ ਤੇ ਕਾਂਗਰਸ ਦਾ ਵੀ ਰੱਖ ਦਿਓ। ਇਹ ਇੱਕ ਬੜੀ ਮਤਲਬ ਕਿ ਅਹਿਮ ਗੱਲ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਹਿਮਾਚਲ ਕਾਂਗਰਸ ਦੇ ਪ੍ਰਧਾਨ ਨੇ, ਤੇ ਜਦੋਂ ਹਿਮਾਚਲ ਤੋਂ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਉੱਥੇ ਕਾਂਗਰਸ ਕੀ ਕਹਿ ਰਹੀ ਹੈ ਤਾਂ ਯਕੀਨਨ ਤੌਰ ਤੇ ਸਵਾਲ ਤਾਂ ਉੱਠਦੇ ਨੇ। ਪਰ ਕੀ ਮੁੱਖ ਮੰਤਰੀ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਟਵੀਟ ਜ਼ਰੀਏ ਇਸ ਤਰ੍ਹਾਂ ਕਹਿਣ ਦੇ ਨਾਲ ਕੁਝ ਕਿਸੇ ਹੋਰ ਢੰਗ ਦੇ ਨਾਲ ਆਪਣੀ ਜਿਹੜੀ ਆ ਉਹ ਇਸ ਬਾਰੇ ਸਪਸ਼ਟਤਾ ਨਹੀਂ ਬਿਆਨ ਕਰਨੀ ਚਾਹੀਦੀ ਕਿ ਉਹਨਾਂ ਦਾ ਸਟੈਂਡ ਕੀ ਹੈ, ਜਾਂ ਫਿਰ ਜਿਵੇਂ ਬੁਲਾਰਿਆਂ ਤੱਕ ਹੀ ਸੀਮਤ ਕਿ ਉਹਨਾਂ ਨੇ ਕੀ ਕਹਿ ਦਿੱਤਾ, ਬਾਅਦ ਚੋਂ ਫਿਰ ਪਾਰਟੀ ਦੇ ਸਟੈਂਡ ਵੱਖਰਾ ਹੋ ਜਾਂਦਾ, ਫਿਰ ਉਦੋਂ ਬਿਆਨ ਬਦਲਣੇ ਪੈ ਜਾਂਦੇ ਨੇ? ਦੇਖੋ, ਜਿੱਥੋਂ ਤੱਕ ਬਾਜਵਾ ਸਾਹਿਬ ਦਾ ਸਵਾਲ ਹੈ, ਕੋਈ ਬਾਜਵਾ ਸਾਹਿਬ ਕਾਂਗਰਸ ਦੇ ਕੋਈ ਛੋਟੇ ਨੇਤਾ ਨਹੀਂ ਹੈਗੇ। ਇਸ ਵੇਲੇ ਉਹ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ, ਆਪਾਂ ਸਾਰੇ ਜਾਣਦੇ ਹਾਂ, ਔਰ ਲੰਬੇ ਸਮੇਂ ਤੋਂ ਉਹ ਲੋਕ ਸਭਾ ਦੇ ਵਿੱਚ ਵੀ ਰਹੇ ਨੇ ਔਰ ਵਿਧਾਨ ਸਭਾ ਦੇ ਵਿੱਚ ਵੀ ਰਹੇ ਨੇ, ਇੱਕ ਲੰਬਾ ਤਜਰਬਾ ਹੈ, ਵੱਡੇ ਲੀਡਰ ਨੇ। ਔਰ ਉਹਨਾਂ ਨੂੰ ਪੁੱਛਣਾ ਇਸ ਲਈ ਬਣਦਾ ਸੀਗਾ ਟਵੀਟ ਕਰਕੇ ਭਗਵੰਤ ਮਾਨ ਹੋਰਾਂ ਦਾ, ਕਿਉਂਕਿ ਮਸਲਾ ਇੱਕ ਗੰਭੀਰ ਉਹਨਾਂ ਨੇ ਛੇੜਿਆ ਸੀਗਾ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਨੇ। ਜਦੋਂ ਉਹਨਾਂ ਦੀ ਆਪਣੀ ਕਾਂਗਰਸ, ਮੈਂ ਫੇਰ ਕਹਾਂਗਾ ਕਿ ਉਦੋਂ ਕਿਉਂ ਨਹੀਂ ਸਵਾਲ ਪੁੱਛਦੇ ਜਦੋਂ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਤਿੰਨੋਂ ਥਾਵਾਂ ਤੇ ਹੁੰਦੀਆਂ ਨੇ, ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ ਔਰ ਕੇਂਦਰ ਦੇ ਵਿੱਚ। ਇਦਾਂ ਦੇ ਸਵਾਲ ਉਦੋਂ ਕਿਉਂ ਨਹੀਂ ਉਠਾਏ ਜਾਂਦੇ? ਸੋ ਇਸ ਕਰਕੇ ਇਹ ਕੋਈ ਛੋਟਾ ਮਸਲਾ ਨਹੀਂ ਹੈ ਜਦੋਂ ਕੋਈ ਉੱਠ ਕੇ ਮੁੱਖ ਮੰਤਰੀ ਕਹਿ ਰਿਹਾ, ਤੁਹਾਨੂੰ ਇੱਕ ਪ੍ਰਦੇਸ਼ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਹੈ ਕਿ ਸਾਨੂੰ ਪੰਜਾਬ ਚੋਂ ਹਿੱਸਾ ਚਾਹੀਦਾ। ਇਹ ਕੋਈ ਵੱਡੀ ਇੱਕ ਜਿਹੜੀ ਹੈਗੀ ਗੱਲ ਕਰ ਰਹੇ ਨੇ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿ ਪੰਜਾਬ ਦੇ ਲੋਕ ਇਹਦੇ ਨਾਲ ਕਿੰਨੀ ਸੰਜੀਦਗੀ ਦੇ ਨਾਲ ਔਰ ਸੈਂਸਿਟਿਵ ਤਰੀਕੇ ਦੇ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਇੱਕ ਗੰਭੀਰ ਔਰ ਸੈਂਸਿਟਿਵ ਮਸਲਾ ਹੈ, ਔਰ ਇਦਾਂ ਦੀ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਔਰ ਇਹੀ ਗੱਲ ਮੈਂ ਪੰਜਾਬ ਦੀ ਕਾਂਗਰਸ ਬਾਰੇ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਵੀ ਸਪਸ਼ਟ ਸਟੈਂਡ ਜਿਹੜਾ ਹੈਗਾ ਇਹ ਪਹਿਲਾਂ ਵੀ ਲੈਣਾ ਚਾਹੀਦਾ ਸੀਗਾ। ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਉਹਨਾਂ ਦੀਆਂ ਆਪਣੀਆਂ ਇੱਥੇ ਸਰਕਾਰਾਂ ਹੁੰਦੀਆਂ ਸੀਗੀਆਂ, ਹੁਣ ਵੀ ਉਹਨਾਂ ਨੂੰ ਲੋਕਾਂ ਦੇ ਪੱਖ ਦੇ ਵਿੱਚ, ਪੰਜਾਬੀਆਂ ਦੇ ਪੱਖ ਦੇ ਵਿੱਚ ਆਪਣਾ ਸਟੈਂਡ ਜਿਹੜਾ ਹੈਗਾ ਉਹ ਸਪਸ਼ਟ ਕਰਨਾ ਚਾਹੀਦਾ ਹੈ। ਸੁਖਵਿੰਦਰ ਜੀ, ਜਦੋਂ ਮੈਂ ਡਾਕਟਰ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਟਵੀਟਾਂ ਦੀ ਗੱਲ ਕਰਦਾ ਨਾ ਤਾਂ ਕਈ ਵਾਰੀ ਏਦਾਂ ਲੱਗਦਾ ਕਿ ਉਹ ਨਿੱਜੀ ਕਿੜ ਹੁੰਦੀ ਹੈ ਕਿਸੇ ਮਸਲੇ ਨੂੰ ਲੈ ਕੇ ਕਿ ਉਹਨੂੰ ਬਿਆਨ ਕਰ ਦੇਣਾ ਉਸ ਤਰੀਕੇ ਦੇ ਨਾਲ, ਟਵੀਟ ਕਰ ਦੇਣਾ ਛੋਟੀ-ਛੋਟੀ ਗੱਲ ਨੂੰ ਲੈ ਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਖਲਾਰਾ ਪਿਆ ਹੋਇਆ ਉਹ ਸਭ ਨੂੰ ਪਤਾ। ਝੂਠ ਗੁਰੂ ਘਰ ਦੇ ਵਿੱਚ ਜੋ ਲੰਗਰ ਦੇ ਵਿੱਚੋਂ ਜੋ ਵੀ ਬਚਦਾ ਆ ਸੰਗਤ ਦੇ ਵੱਲੋਂ ਛੱਡਿਆ ਹੋਇਆ, ਉਹਨੂੰ ਲੈ ਕੇ ਜਿਹੜਾ 1 ਕਰੋੜ ਤੋਂ ਉੱਤੇ ਦਾ ਘਪਲਾ ਸਾਹਮਣੇ ਆਇਆ। ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਜਾਂਚ ਚੱਲ ਰਹੀ ਹੈ, ਕਈ ਮਹੀਨਿਆਂ ਤੋਂ ਚੱਲ ਰਹੀ ਹੈ ਵੈਸੇ ਇਸ ਮਸਲੇ ਦੀ ਜਾਂਚ, ਤੇ ਉਹਨਾਂ ਅਧਿਕਾਰੀਆਂ ਤੋਂ ਜਾਂ ਕਰਮਚਾਰੀਆਂ ਤੋਂ ਕਿਵੇਂ ਵਸੂਲੀ ਕਰਨੀ ਹੈ ਉਹ ਵੀ ਸਾਰਾ ਕੁਝ ਚੱਲ ਰਿਹਾ। ਪਰ ਜਦੋਂ ਮੁੱਖ ਮੰਤਰੀ ਸਾਹਿਬ ਨਿੱਜੀ ਤੌਰ ਦੇ ਉੱਤੇ ਇੰਟਰਸਟ ਲੈਂਦੇ ਨੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਸ਼੍ਰੋਮਣੀ ਕਮੇਟੀ 'ਚ ਚੱਲ ਰਹੇ ਘਪਲਿਆਂ ਨੂੰ ਲੈ ਕੇ, ਜਾਂ ਉੱਥੋਂ ਦੇ ਪ੍ਰਬੰਧਕਾਂ ਨੂੰ ਲੈ ਕੇ, ਪ੍ਰਬੰਧਨ ਨੂੰ ਲੈ ਕੇ, ਤਾਂ ਇਹਦੇ ਉੱਤੇ ਵੀ ਸ਼ੱਕ ਖੜਾ ਹੁੰਦਾ ਹੈ ਕਿ ਪੰਜਾਬ ਸਰਕਾਰ ਕੀ
ਸਿੱਧੇ ਤੌਰ ਦੇ ਉੱਤੇ ਦਖਲਅੰਦਾਜ਼ੀ ਕਰਨਾ ਚਾਹੁੰਦੀ ਹੈ ਗੁਰੂ ਘਰਾਂ ਦੇ ਵਿੱਚ, ਜਾਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ, ਜਾਂ ਪੰਥਕ ਜਾਂ ਸਿੱਖ ਮਸਲਿਆਂ ਨੂੰ ਲੈ ਕੇ, ਜਾਂ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸ਼੍ਰੋਮਣੀ ਕਮੇਟੀ 'ਚ ਦਖਲਅੰਦਾਜ਼ੀ ਕਿਸ ਤਰੀਕੇ ਦੀ ਹੋਵੇ, ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਤੱਕ ਦਖਲਅੰਦਾਜ਼ੀ ਕਿਸ ਤਰ੍ਹਾਂ ਦੀ ਹੋਵੇ। ਮਨਸ਼ਾ ਜਿਹੜੀ ਹੈ ਉਹ ਸਾਫ਼ ਇਹਨਾਂ ਦੀ ਕਈ ਵਾਰੀ ਸਮਝ ਆ ਜਾਂਦੀ ਹੈ ਕਿ ਇਹ ਸਰਕਾਰ ਕਰਨਾ ਕੀ ਚਾਹੁੰਦੀ ਹੈ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਜਦੋਂ ਅਸੀਂ ਕਹਿੰਦੇ ਹਾਂ, ਜਿਵੇਂ ਤੁਸੀਂ ਸਵਾਲ ਇੱਕ ਖੜਾ ਕੀਤਾ ਹੈ ਕਿ ਜੀ ਮੁੱਖ ਮੰਤਰੀ ਸਾਹਿਬ ਛੋਟੀਆਂ ਗੱਲਾਂ ਦੇ ਉੱਤੇ ਵੀ ਟਵੀਟ ਕਰਦੇ ਆ। ਹੁਣ ਪਹਿਲਾਂ ਕੀ ਹੁੰਦਾ ਸੀਗਾ, ਪਿਛਲੀਆਂ ਸਰਕਾਰਾਂ 'ਚ ਕੀ ਹੁੰਦਾ ਸੀਗਾ ਕਿ ਸਰਕਾਰ ਜਾਂ ਮੁੱਖ ਮੰਤਰੀ ਸਾਹਿਬ ਤਾਂ ਧਿਆਨ ਹੀ ਨਹੀਂ ਸੀ ਦਿੰਦੇ, ਚਾਹੇ ਛੋਟੇ ਸੀ ਚਾਹੇ ਵੱਡੇ ਸੀ। ਹੁਣ ਇਹਨੂੰ ਤੁਸੀਂ ਦੂਜੇ ਪਾਸੇ ਵੇਖਣ ਦੀ ਕੋਸ਼ਿਸ਼ ਕਰੋ ਇਸ ਮਸਲੇ ਨੂੰ। ਹੁਣ ਜੇ ਮੁੱਖ ਮੰਤਰੀ ਸਾਹਿਬ ਛੋਟੇ ਤੋਂ ਲੈ ਕੇ ਵੱਡੇ ਮਸਲੇ ਤੱਕ ਕੱਲੀ ਚੀਜ਼ ਦੇ ਉੱਤੇ ਨਜ਼ਰ ਰੱਖਦੇ ਆ ਔਰ ਕੱਲੀ ਚੀਜ਼ ਦੇ ਵਿੱਚ ਆਪਣਾ ਇੰਟਰਸਟ ਦਿਖਾਉਂਦੇ ਆ, ਇਹਨੂੰ ਅਸੀਂ ਮਾੜੀ ਗੱਲ ਥੋੜੀ ਕਵਾਂਗੇ। ਇਹਦਾ ਮਤਲਬ ਹੈ ਕਿ ਜੇਕਰ ਪੰਜਾਬ ਨੂੰ ਤੁਸੀਂ ਸਹੀ ਬਣਾਉਣਾ ਹੈ, ਪੰਜਾਬ ਨੂੰ ਅਸੀਂ ਸਹੀ ਲੀਹਾਂ ਤੇ ਲੈ ਕੇ ਜਾਣਾ ਹੈ, ਤਾਂ ਤੁਹਾਨੂੰ ਨਿੱਕੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਪਏਗਾ, ਛੋਟੀਆਂ ਗੱਲਾਂ ਦੇ ਉੱਤੇ ਵੀ ਆਪਣੇ ਕਮੈਂਟ ਕਰਨੇ ਪੈਣਗੇ। ਸੋ ਇਸ ਕਰਕੇ ਕੋਈ ਇਹ ਮਸਲਾ, ਜੇ ਆਪਾਂ ਐਸਜੀਪੀਸੀ ਦਾ ਹੁਣ ਆਉਣੇ ਆ, ਕਿ ਐਸਜੀਪੀਸੀ ਦਾ ਮਸਲਾ ਛੋਟਾ ਨਹੀਂ ਹੈ, ਇਹਨੂੰ ਸਮਝਣ ਦੀ ਲੋੜ ਹੈ। ਔਰ ਇਹਨੂੰ ਛੋਟਾ ਕਿਹਨੇ ਬਣਾਇਆ? ਅਕਾਲੀ ਦਲ ਬਾਦਲ ਨੇ। ਔਰ ਜਿਵੇਂ ਤੁਸੀਂ ਆਪ ਕਿਹਾ ਕਿ ਅਕਾਲੀ ਦਲ ਬਾਦਲ ਸਾਹਿਬ ਤੇ ਜੇਬ ਦੇ ਵਿੱਚੋਂ ਉਹਨਾਂ ਦੇ ਲਿਫਾਫੇ ਜੋ ਨਿਕਲਦੇ ਰਹੇ ਨੇ, ਆਪਾਂ ਸਾਰੇ ਜਾਣਦੇ ਹਾਂ, ਪ੍ਰਧਾਨਗੀ ਹੋਵੇ ਚਾਹੇ ਜਥੇਦਾਰੀਆਂ ਹੋਣ ਜਾਂ ਕੋਈ ਹੋਰ, ਇੱਥੋਂ ਤੱਕ ਕਿ ਮੈਂਬਰੀਆਂ ਹੋਣ। ਇੱਥੋਂ ਮੈਂਬਰੀਆਂ ਵੀ ਛੱਡੋ, ਜਿਹੜੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਵੀ ਲੱਗਦੇ ਸੀਗੇ, ਉਹ ਵੀ ਉਹਨਾਂ ਤੋਂ ਪੁੱਛ ਕੇ ਲੱਗਦੇ ਸੀਗੇ। ਸੋ ਜੇਕਰ ਇਹ ਸਾਰੀਆਂ ਚੀਜ਼ਾਂ ਇੱਥੋਂ ਤੱਕ ਜਿਹੜੀਆਂ ਸੀਗੀਆਂ ਇੰਟਰਵੀਨ ਕਰ ਚੁੱਕੀ ਸੀਗੀ ਅਕਾਲੀ ਦਲ ਬਾਦਲ, ਤਾਂ ਲਾਜ਼ਮੀ ਤੌਰ ਤੇ ਇਹ ਇੱਕ ਵੱਡੀ ਸਮੱਸਿਆ ਤਾਂ ਹੈ ਹੀ ਹੈ। ਕਿਉਂਕਿ ਆਪਾਂ ਸਾਰੇ ਗੁਰਦੁਆਰਾ ਸਾਹਿਬਾਨ ਕਾਹਦੇ ਲਈ ਜਾਂਦੇ ਹਾਂ? ਅਸੀਂ ਮੱਥਾ ਟੇਕਦੇ ਇਸ ਲਈ ਕਿਉਂਕਿ ਸਾਡਾ ਸਿੱਧਾ ਸੰਬੰਧ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਗੁਰੂ ਸਾਹਿਬਾਨ ਨੂੰ ਮੱਥਾ ਟੇਕਦੇ ਹਾਂ। ਅਸੀਂ ਕੋਈ ਇਸ ਲਈ ਨਹੀਂ ਟੇਕਦੇ ਕਿ ਇਹ ਸਾਰਾ ਪੈਸਾ, ਇਹ ਸਾਰਾ ਜਿਹੜਾ ਧਨ ਦੌਲਤ ਹੈ ਜਾਂ ਜਿੰਨੇ ਵੀ ਅਸੀਂ ਚੜਾਵੇ ਨੇ, ਉਹ ਬਾਦਲ ਸਾਹਿਬ ਜਾਂ ਇੱਕ ਕੋਈ ਖਾਸ ਜਿਹੜੀ ਪਾਰਟੀ ਹੈ ਜਾਂ ਇੱਕ ਖਾਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਉਹਦੇ ਉੱਤੇ ਕੰਟਰੋਲ ਕਰ ਲੈਣ, ਇਸ ਲਈ ਨਹੀਂ ਸੀ ਅਸੀਂ ਜਾਂਦੇ। ਸੋ ਸਾਡਾ ਜਿਹੜੀ ਸ਼ਰਧਾ ਹੈ ਸਾਰੇ ਸਿੱਖਾਂ ਦੀ, ਅਸੀਂ ਸਾਡੇ ਲਈ ਗੁਰੂ ਸਾਹਿਬਾਨ ਇੰਪੋਰਟੈਂਟ ਨੇ। ਪਰ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਖਾਸ ਪਾਰਟੀ ਨੇ, ਇੱਕ ਖਾਸ ਤਰ੍ਹਾਂ ਦੇ ਲੋਕਾਂ ਨੇ ਇਹ ਐਸਜੀਪੀਸੀ ਨੂੰ ਕੰਟਰੋਲ ਕੀਤਾ। ਹੁਣ ਜੇਕਰ ਉਹਦੇ ਤੋਂ ਖਹਿੜਾ ਛੁਡਾਉਣਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਉਹਦੇ ਵਿੱਚ ਇੰਟਰਸਟ ਤਾਂ ਤੁਹਾਨੂੰ ਦਿਖਾਉਣਾ ਪਏਗਾ। ਔਰ ਇੰਟਰਸਟ ਕੀ ਹੈ? ਸਾਰੇ ਜਾਣਦੇ ਆ ਕਿ ਚਾਹੇ ਉਹ ਗੁਰਬਾਣੀ ਦੀ ਗੱਲ ਹੋਵੇ, ਚਾਹੇ ਗੁਰਬਾਣੀ ਨੂੰ ਲੋਕਾਂ ਤੱਕ, ਘਰਾਂ ਤੱਕ ਲੈ ਜਾਣ ਦੀ ਗੱਲ ਹੋਵੇ, ਚਾਹੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਜੋ ਘਪਲੇ ਹੋਏ ਨੇ, ਔਰ ਤੁਸੀਂ ਦੇਖੋਗੇ ਕਿ 13 ਅਰਬ ਰੁਪਏ ਦਾ ਜਿਹੜਾ ਹੈਗਾ ਉਹਦਾ ਇੱਕ ਸਾਰੇ ਦਾ ਬਣਦਾ ਹੈ ਪੈਸਾ ਇੱਕ ਸਾਲ ਦਾ। ਔਰ 13 ਅਰਬ ਦੇ ਵਿੱਚ ਪੰਜਾਬ ਦੇ ਵਿੱਚ ਹੈਲਥ ਫ੍ਰੀ ਹੋ ਸਕਦੀ ਹੈ, ਪੰਜਾਬ ਦੇ ਵਿੱਚ ਐਜੂਕੇਸ਼ਨ ਫ੍ਰੀ ਹੋ ਸਕਦੀ ਹੈ, ਪੰਜਾਬ ਦੇ ਵਿੱਚ ਹੋਰ ਬੁਨਿਆਦੀ ਸਹੂਲਤਾਂ ਪੰਜਾਬੀਆਂ ਨੂੰ ਦਿੱਤੀਆਂ ਜਾ ਸਕਦੀਆਂ ਨੇ ਇੰਨੇ ਪੈਸੇ ਦੇ ਵਿੱਚ। ਸੋ ਪੈਸਾ ਜਾਂਦਾ ਕਿੱਥੇ ਹੈ? ਆਪਾਂ ਸਾਰੇ ਜਾਣਦੇ ਹਾਂ ਪੈਸਾ ਜਿਹੜਾ ਹੈਗਾ, ਜਿਵੇਂ ਤੁਸੀਂ ਆਪ ਦੱਸਿਆ ਕਿ ਹੌਲੀ ਘੁਟਾਲੇ ਬਾਰ-ਬਾਰ ਬਾਹਰ ਆ ਰਹੇ ਨੇ। ਪਿਛਲੇ ਲੰਬੇ ਸਮੇਂ ਤੋਂ ਘੁਟਾਲੇ ਜਿਹੜੇ ਸੀ ਉਹ ਆਉਂਦੇ ਸੀਗੇ, ਪਰ ਉਹ ਦਬ ਜਾਂਦੇ ਸੀਗੇ ਕਿਤੇ ਨਾ ਕਿਤੇ। ਪਰ ਹੁਣ ਜਿਹੜਾ ਇਹ ਘੁਟਾਲਾ ਹੈਗਾ, ਇਹ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸਾਰਿਆਂ ਦੇ ਸਾਹਮਣੇ ਹੈ। ਹੁਣ ਜੇ ਇਦਾਂ ਦੇ ਛੋਟੇ ਇਹ ਸਾਰੀਆਂ ਚੀਜ਼ਾਂ ਚੋਂ ਘੁਟਾਲੇ ਸਾਹਮਣੇ ਆਏ ਨੇ, ਤਾਂ ਇਸ ਵੇਲੇ ਐਸਜੀਪੀਸੀ ਦਾ ਕੀ ਹਾਲ ਹੋ ਰਿਹਾ ਤੁਸੀਂ ਆਪਾਂ ਸਾਰਿਆਂ ਨੂੰ ਸਾਹਮਣੇ ਹੋ ਚੁੱਕਿਆ। ਉਹ ਮੈਨੂੰ ਇੱਥੇ ਉਹਦੀ ਜਿਹੜੀ ਉਹਨੂੰ ਪੇਸ਼ਕਾਰੀ ਦੀ ਲੋੜ ਨਹੀਂ ਹੈ, ਦੱਸਣ ਦੀ ਲੋੜ ਨਹੀਂ ਹੈ। ਸੋ ਸਾਨੂੰ ਜਿਹੜੀ ਐਸਜੀਪੀਸੀ ਹੈ ਉਹ ਨਿਰਪੱਖ ਚੋਣਾਂ ਹੋਣ ਇਹਦੇ ਵਿੱਚ, ਔਰ ਚੋਣਾਂ ਦੇ ਵਿੱਚੋਂ ਜਿਹੜੀ ਇੱਕ ਖਾਸ ਤਰ੍ਹਾਂ ਦੀ ਜਿਹੜੀ ਪਾਰਟੀ ਦੀਆਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਸਿੱਖਾਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ। ਸਿੱਖਾਂ ਦੀ ਐਸਜੀਪੀਸੀ ਬਣਨੀ ਚਾਹੀਦੀ ਹੈ, ਸਾਰਿਆਂ ਦੀ ਸਾਂਝੀ ਐਸਜੀਪੀਸੀ ਬਣਨੀ ਚਾਹੀਦੀ ਹੈ। ਜਿਵੇਂ ਬੀਬੀ ਜਾਗੀਰ ਕੌਰ ਨੇ ਦੋਸ਼ ਲਾਏ ਸੀਗੇ, ਔਰ ਉਦਾਂ ਦੇ ਦੋਸ਼ ਜਿਹੜੇ ਨੇ ਉਹ ਨਹੀਂ ਲੱਗਣੇ ਚਾਹੀਦੇ। ਇੱਕ ਨਿਰਪੱਖ ਤਰ੍ਹਾਂ ਦੀਆਂ ਚੋਣਾਂ ਹੋ ਕੇ ਜਦੋਂ ਇਹ ਇੱਕ ਨਿਰਪੱਖ ਧਿਰ ਸਾਹਮਣੇ ਆ ਜਾਏਗੀ ਤਾਂ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਆਪਣੇ ਆਪ। ਕੋਈ ਇਹ ਵੱਡੇ ਮਸਲੇ ਨਹੀਂ ਹੈਗੇ। ਹੁਣ ਮਸਲੇ ਕੀ ਨੇ ਕਿ ਸਾਰੀ ਜਿਹੜੀ ਇਹਦੇ ਵਿੱਚ ਵੀ ਸਫਾਈ ਹੋਣ ਵਾਲੀ ਹੈ, ਔਰ ਇਸ ਕਰਕੇ ਜਿੰਨੀ ਦੇਰ ਇਹ ਸਫਾਈ ਨਹੀਂ ਹੁੰਦੀ ਪੁਰਾਣੀ, ਉਨੀ ਦੇਰ ਨਵੀਂ, ਜਿੰਨੀ ਦੇਰ ਐਸਜੀਪੀਸੀ ਨਹੀਂ ਬਣਦੀ, ਨਵੀਂ ਧਿਰ ਇੱਕ ਸਾਹਮਣੇ ਨਹੀਂ ਆਉਂਦੀ, ਇਮਾਨਦਾਰ ਧਿਰ ਸਾਹਮਣੇ ਨਹੀਂ ਆਉਂਦੀ, ਉਨੀ ਦੇਰ ਇਹ ਮਸਲਾ ਜਿਹੜਾ ਹੈਗਾ ਇਸੇ ਤਰ੍ਹਾਂ ਘਪਲੇ ਚੱਲਦੇ ਰਹਿਣਗੇ। ਇਸੇ ਤਰ੍ਹਾਂ ਘਪਲਿਆਂ ਦੇ ਉੱਤੇ ਪਰਦਾ ਵੀ ਪੈਂਦਾ ਰਹੇਗਾ, ਔਰ ਸਿੱਖਾਂ ਦਾ ਨੁਕਸਾਨ ਜਿਹੜਾ ਹੈਗਾ ਪੈਸੇ ਦਾ, ਖਾਸ ਤੌਰ ਤੇ ਜਿਹੜੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਸਿੱਖਾਂ ਨੂੰ, ਜਿਹੜੀਆਂ ਸਹੂਲਤਾਂ ਅਸੀਂ ਦੇ ਸਕਦੇ ਹਾਂ ਇੰਨੇ ਪੈਸੇ ਦੇ ਨਾਲ,
ਔਰ ਇੰਨੇ ਚੜਾਵੇ ਦੇ ਨਾਲ ਉਹ ਸਹੂਲਤਾਂ ਤਾਂ ਹੀ ਦਿੱਤੀਆਂ ਜਾਣਗੀਆਂ ਜੇਕਰ ਇੱਕ ਇਮਾਨਦਾਰ ਔਰ ਨਿਰਪੱਖ SGPC ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਏਗੀ। ਆਪਣਾ ਸੁਖਿੰਦਰ ਜੀ ਬਿਲਕੁਲ ਤਵੱਕੋ ਤਾਂ ਸਰਕਾਰ ਤੋਂ ਵੀ ਇਹੀ ਕੀਤੀ ਜਾਂਦੀ ਹੈ। ਸਰਕਾਰ ਦਾ ਵੀ ਬਜਟ ਜਿਹੜਾ ਉਹ ਬਹੁਤ ਵੱਡਾ ਤੇ ਉਹਦੇ ਵਿੱਚੋਂ ਕਿੱਦਾਂ ਜਿਹੜੀਆਂ ਚੋਰ ਮੋਰੀਆਂ ਬਣੀਆਂ ਹੋਈਆਂ ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਕੀ ਕਰਦੀ ਹੈ, ਅੱਗੇ ਚੋਣਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ, ਜੋ ਵੀ ਹੋਣਾ ਉਹ ਤੁਹਾਡੇ ਸਾਡੇ ਸਭ ਦੇ ਸਾਹਮਣੇ ਆ ਜਾਣਾ। ਮੈਂ ਆਖਰੀ ਸਵਾਲ ਕਰਨ ਲੱਗਿਆ ਡਾਕਟਰ ਸਾਹਿਬ ਕਿ ਜਦੋਂ ਗੱਲ ਆਉਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਹਰ ਛੋਟੀ ਤੋਂ ਹਰ ਵੱਡੀ ਗੱਲ ਦੇ ਉੱਤੇ ਨਜ਼ਰ ਰੱਖਦੇ ਨੇ, ਟਵੀਟ ਵੀ ਕਰ ਦਿੰਦੇ ਨੇ, ਪਰ ਟਵੀਟ ਉਸ ਮਸਲੇ ਤੇ ਕਰਦੇ ਨੇ ਜਿਹੜਾ ਸਰਕਾਰ ਦੇ ਜਾਂ ਉਹਨਾਂ ਦੇ ਫਿੱਟ ਬਹਿੰਦਾ ਆ। ਜਦੋਂ ਗੱਲ ਆਉਂਦੀ ਆ ਕਿ NRI ਬੀਬੀ ਦੀ ਕੋਠੀ ਦੱਬੀ ਤਾਂ ਕਿਸੇ ਨੇ ਟਵੀਟ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਜਿਹੜੇ ਸਣੇ ਮੁੱਖ ਮੰਤਰੀ ਸਾਹਿਬ 92 ਦੇ 92 ਕਿਸੇ ਦਾ ਟਵੀਟ ਨਹੀਂ ਆਇਆ। ਸਣੇ ਰਾਜ ਸਭਾ ਤੇ ਇੱਕ ਲੋਕ ਸਭਾ ਮੈਂਬਰ ਦੇ ਨਾਲ 100 ਬਣ ਜਾਂਦੇ ਨੇ ਤਕਰੀਬਨ। ਇਹਨਾਂ ਨੇ ਮਨਾਇਆ ਸੀ ਪਿੱਛੇ ਜੇ ਕੇਕ ਕੱਟ ਕੇ, ਕੋਈ ਟਵੀਟ ਨਹੀਂ ਆਇਆ। ਜਦੋਂ ਆ ਪਿੱਛੇ ਜੇ ਹੋਰ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਇਹਨਾਂ ਦੇ ਵਿਧਾਇਕ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਗੁੰਡਾਗਰਦੀ ਕਈਆਂ ਦੀ ਸਾਹਮਣੇ ਆਉਂਦੀ ਹੈ, ਵਰਕਰਾਂ ਦੀ ਜਾਂ ਉਹੋ ਜਿਹੇ ਚੇਅਰਮੈਨਾਂ ਦੀ, ਤਾਂ ਉਹਦੇ ਉੱਤੇ ਕੋਈ ਟਵੀਟ ਨਹੀਂ ਸਾਹਮਣੇ ਆਇਆ। ਜਦੋਂ ਨਿਯੁਕਤੀਆਂ ਦੀ ਗੱਲ ਹੁੰਦੀ ਹੈ ਕਿ ਇੰਡੀਪੈਂਡੈਂਟ ਕਿਵੇਂ ਨਿਯੁਕਤੀ ਹੋ ਰਹੀ ਹੈ, ਪਰਚੀਆਂ ਤੋਂ ਕੱਢਣ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਿੱਛੇ ਜੇ ਇੱਕ ਨਿਯੁਕਤੀਆਂ ਹੋਈਆਂ, ਉਹ ਬੰਦਾ ਜੇਲ੍ਹ ਦੇ ਵਿੱਚ ਹੈ ਤੇ ਉਹਨੂੰ ਜੇਲ੍ਹ 'ਚ ਬੈਠੇ ਨੂੰ ਨਿਯੁਕਤੀ ਦੇ ਦਿੱਤੀ। ਕੀ ਇਹ ਸਾਰਾ ਕੁਝ ਇਨ ਬਿਨ ਜਿਹੜੀਆਂ ਪਿਛਲੀਆਂ ਪਾਰਟੀਆਂ ਨੇ ਜਾਂ ਜਿਨ੍ਹਾਂ ਤੇ ਅਸੀਂ ਸਵਾਲ ਚੁੱਕਦੇ ਹਾਂ ਉਹਨਾਂ ਦੇ ਵਾਂਗੂ ਨਹੀਂ ਚੱਲ ਰਿਹਾ? ਕਿ ਉਸੇ ਢਾਂਚੇ ਦੇ ਵਿੱਚ ਨਹੀਂ ਢਲਦੀ ਜਾ ਰਹੀ ਆਮ ਆਦਮੀ ਪਾਰਟੀ? ਇਸ ਗੱਲ ਨੂੰ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਦੇਖੋ, ਇਹ ਗੱਲਾਂ ਵਿਰੋਧੀ ਤਾਂ ਬਿਲਕੁਲ ਕਹਿੰਦੇ ਨੇ। ਇਹ ਗੱਲਾਂ ਜੋ ਤੁਸੀਂ ਕਹਿ ਰਹੇ ਹੋ ਇਹੀ ਗੱਲਾਂ ਵਿਰੋਧੀ ਧਿਰਾਂ ਪਹਿਲਾਂ ਵੀ ਕਹਿੰਦੀਆਂ ਸੀਗੀਆਂ, ਹੁਣ ਵੀ ਕਹਿ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਵੀ ਇਹ ਕਹਿੰਦੀਆਂ ਰਹਿਣਗੀਆਂ। ਔਰ ਇਹ ਜਿਹੜੀਆਂ ਮੈਨੂੰ ਲੱਗਦਾ ਹੁੰਦਾ ਕਿ ਇਹ ਜਿਹੜੇ ਮਸਲੇ ਨੇ, ਇਹ ਜਿਹੜੇ ਕਿ ਜੀ ਫਲਾਣੇ ਨੂੰ ਜਿਹੜਾ ਹੈਗਾ ਚੇਅਰਮੈਨ ਲਾਤਾ, ਫਲਾਣੇ ਨੂੰ ਜਿਹੜਾ ਹੈਗਾ ਇੱਦਾਂ ਕਰਤਾ, ਇਹ ਬਹੁਤ ਛੋਟੇ ਮਸਲੇ ਨੇ ਪੋਲਿਟਿਕਸ ਦੇ ਵਿੱਚ। ਆਪਾਂ ਸੁਖਿੰਦਰ ਜੀ, ਸਾਨੂੰ ਦੇਖੋ ਇਸ ਵੇਲੇ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ। ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਔਰ ਐਜੂਕੇਸ਼ਨ ਦੇ ਉੱਤੇ ਲਗਾਤਾਰ ਕੰਮ ਹੋ ਰਿਹਾ ਹੈ। ਹੈਲਥ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਹੈ। ਵਾਤਾਵਰਨ ਬਹੁਤ ਇੰਪੋਰਟੈਂਟ ਹੈ ਔਰ ਸਭ ਤੋਂ ਕਿਸਾਨੀ ਸਾਡੀ ਬਹੁਤ ਇੰਪੋਰਟੈਂਟ ਹੈ। ਮਜ਼ਦੂਰਾਂ ਨੂੰ ਕਿਵੇਂ, ਖੇਤ ਮਜ਼ਦੂਰਾਂ ਨੂੰ ਕਿਵੇਂ ਬਚਾਉਣਾ ਜਾਵੇ ਔਰ ਉਹਨਾਂ ਲਈ ਕਿੱਦਾਂ ਦੀਆਂ ਪਾਲਿਸੀਆਂ ਆਉਣੀਆਂ ਚਾਹੀਦੀਆਂ ਨੇ, ਉਹ ਇੰਪੋਰਟੈਂਟ ਹੈ। ਔਰ ਹੋਰ ਜਿਹੜੇ ਪੰਜਾਬ ਦਾ ਨੌਜਵਾਨ ਬਾਹਰ ਕਿਉਂ ਜਾ ਰਿਹਾ ਹੈ, ਉਹਨੂੰ ਕਿਵੇਂ ਪੰਜਾਬ ਦੇ ਵਿੱਚ ਰੱਖ ਸਕਦੇ ਆ, ਉਹ ਇੰਪੋਰਟੈਂਟ ਹੈ। ਨਸ਼ਿਆਂ ਨੂੰ ਲੈ ਕੇ ਔਰ ਬਹੁਤ ਵੱਡੇ ਮਸਲੇ ਨੇ, ਉਹ ਬਹੁਤ ਇੰਪੋਰਟੈਂਟ ਨੇ। ਇਹ ਜਿਹੜੇ ਜਦੋਂ ਤੁਹਾਡੇ ਕੋਲੇ ਇਹ ਮਸਲੇ ਖਤਮ ਹੋ ਜਾਣ, ਫਿਰ ਤੁਸੀਂ ਕੀ ਕਰਦੇ ਹੋ? ਫਿਰ ਤੁਹਾਡੀ ਜਿਹੜੀ ਪੋਲਿਟਿਕਸ ਹੈ ਤੁਹਾਨੂੰ ਕੀ ਕਰਦੀ ਹੈ? ਉਹ ਇਦਾਂ ਦੇ ਮਸਲਿਆਂ 'ਚ ਉਲਝਾਉਂਦੀ ਹੈ। ਜਿਵੇਂ ਮੈਂ ਸੈਂਟਰ ਦੀ ਜੀ ਸਰ, ਇਹਦਾ ਜਵਾਬ ਸਪਸ਼ਟ ਕਰਿਓ। ਮੈਂ ਜਿਵੇਂ ਕਿਹਾ ਕਿ ਕੀ NRI ਪਰਿਵਾਰ ਦੀ ਕੋਠੀ ਦੱਬਣਾ, NRI ਮੰਤਰੀ ਦਾ ਉਹਦੇ ਤੇ ਨਾ ਬੋਲਣਾ, ਕਿ ਇਹ ਕੋਈ ਮਤਲਬ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਤਵੱਜੋ ਜਾਂ ਇਹ ਕੋਈ ਵੱਡਾ ਮੁੱਦਾ ਨਹੀਂ ਬਣਦਾ? NRI ਪਰਿਵਾਰ ਜਿਨ੍ਹਾਂ ਨੂੰ ਨਿਵੇਸ਼ ਲਈ ਇੱਥੇ ਕਿਹਾ ਜਾਂਦਾ ਹੈ, ਜੇ ਉਹਨਾਂ ਦੇ ਅੰਦਰ ਹੀ ਇਹੋ ਜਿਹੀ ਬੇਭਰੋਸਗੀ ਭਰੇਗੀ ਤਾਂ ਫਿਰ ਸਰਕਾਰ ਤੇ ਭਰੋਸਾ ਕਿੱਦਾਂ ਕੀਤਾ ਜਾ ਸਕਦਾ? ਇਹ ਮੇਰਾ ਸਵਾਲ ਮੁੱਢਲਾ ਇਹ ਸੀ। ਬਿਲਕੁਲ ਬਿਲਕੁਲ। ਦੇਖੋ, ਇਹ ਬਿਲਕੁਲ ਜੇ ਇਦਾਂ ਦਾ ਹੋਇਆ ਤਾਂ ਗਲਤ ਹੋਇਆ। ਤਾਂ ਬੀਬੀ ਮਾਣੂਕੇ ਨੇ ਉਹਨੂੰ ਸਪਸ਼ਟ ਵੀ ਕੀਤਾ। ਲਗਾਤਾਰ ਮਾਣੂਕੇ ਹੋਰਾਂ ਨੇ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਇਹ ਗੱਲਾਂ ਨੂੰ ਸਪਸ਼ਟ ਕੀਤਾ ਕਿ ਕਿਹਦਾ ਕਸੂਰ ਹੈ। ਸੋ ਇਹ ਤਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਹੀ ਦੱਬ ਰੱਖਿਆ ਹੈ ਪਿਛਲੇ 70-75 ਸਾਲਾਂ ਤੋਂ, ਆਪਾਂ ਉਹਨਾਂ ਬਾਰੇ ਕਿਉਂ ਨਹੀਂ ਗੱਲਾਂ ਕਰਦੇ? ਠੀਕ ਹੈ ਨਾ। ਸਾਡਾ ਐਜ਼ ਏ ਪੱਤਰਕਾਰ ਸਾਡਾ ਇੱਕ ਇਹ ਵੀ ਡਿਊਟੀ ਹੈ ਕਿ ਜਿਨ੍ਹਾਂ ਨੇ ਪੰਜਾਬ ਨੂੰ ਦੱਬਿਆ ਹੋਇਆ, ਜਿਨ੍ਹਾਂ ਨੇ ਪੰਜਾਬ ਨਹੀਂ ਖੜਾ ਹੋਣ ਦਿੱਤਾ। ਕੋਠੀ ਕੀ ਚੀਜ਼ ਹੁੰਦੀ? ਕੋਠੀ ਦਾ ਇੱਕ ਬਹੁਤ ਛੋਟਾ ਉਹ ਮਸਲਾ ਹੱਲ ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ, ਮੈਂ ਕੋਈ ਇਹਦੇ ਹੱਕ 'ਚ ਨਹੀਂ ਹਾਂ ਕਿ ਦੱਬਣਾ ਜਿਹੜਾ ਦਬਈਏ ਵਾਲਾ ਕੰਮ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਪਰ ਜਿਨ੍ਹਾਂ ਲੋਕਾਂ ਨੇ ਸਾਰਾ ਪੰਜਾਬ ਹੀ ਦੱਬਿਆ ਹੋਇਆ ਹੈ ਔਰ ਪੰਜਾਬ ਨੂੰ ਗਹਿਣੇ ਕੀਤਾ ਹੋਇਆ ਹੈ, ਕਿ ਉਹਨਾਂ ਤੋਂ ਪੰਜਾਬ ਨੂੰ ਛੁਡਾਉਣਾ ਕੋਈ ਇਹ ਜ਼ਰੂਰੀ ਨਹੀਂ ਹੈ। ਸੋ ਇਸ ਕਰਕੇ ਮੈਂ ਗੱਲ ਪੁਆਇੰਟ ਆਊਟ ਕਰਨਾ ਚਾਹੁੰਦਾ ਕਿ ਸਾਨੂੰ ਜਿਹੜੇ ਬੁਨਿਆਦੀ ਮਸਲੇ ਨੇ, ਸਾਨੂੰ ਜਿਹੜੇ ਮਨੁੱਖੀ ਜਿਹੜੇ ਜਿਉਣ ਦੇ ਮਸਲੇ ਨੇ, ਮਨੁੱਖ ਦੇ ਅੱਗੇ ਐਡਵਾਂਸ ਦੇ ਹੋਣ ਦੇ ਮਸਲੇ ਨੇ, ਕਿ ਬੰਦੇ ਨੂੰ, ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਅਸੀਂ ਕਿਵੇਂ ਸਮੇਂ ਦੇ ਹਾਣ ਦੀਆਂ ਬਣਾਉਣਾ ਹੈ, ਕਿਵੇਂ ਸਾਨੂੰ ਉਹਨਾਂ ਨੂੰ ਐਜੂਕੇਟ ਕਰਨਾ ਹੈ, ਕਿਵੇਂ ਪੰਜਾਬ ਦੇ ਲੋਕਾਂ ਨੂੰ ਚੰਗੀ ਹੈਲਥ ਦੇਣੀ ਹੈ, ਕਿਵੇਂ ਪੰਜਾਬ ਦੇ ਕਿਸਾਨ ਨੂੰ ਕਰਜ਼ਿਆਂ ਚੋਂ ਕੱਢਣਾ ਹੈ, ਕਿਵੇਂ 2 ਫਸਲੀ ਚੱਕਰ ਤੋਂ ਪੰਜਾਬ ਨੂੰ ਬਚਾਉਣਾ ਹੈ, ਕਿਵੇਂ ਪੰਜਾਬ ਦਾ ਹਵਾ ਪਾਣੀ ਤੇ ਬਾਕੀ ਚੀਜ਼ਾਂ ਨੂੰ ਬਚਾਉਣਾ ਹੈ। ਸੋ ਇਹ ਮਸਲੇ ਜਿਹੜੇ ਨੇ ਵਿਰੋਧੀ ਧਿਰਾਂ ਨੂੰ ਇਹਨਾਂ ਦੇ ਉੱਤੇ ਫੋਕਸ ਕਰਨਾ ਚਾਹੀਦਾ, ਇਹਨਾਂ ਦੇ ਉੱਤੇ ਆਉਣਾ ਚਾਹੀਦਾ। ਉਹਦੇ ਉੱਤੇ ਕਿਉਂ ਨਹੀਂ? ਮੇਰਾ ਸਵਾਲ ਇਹੀ ਹੈ ਕਿ ਜਿੰਨੇ ਵੀ ਲੋਕ, ਜਿੰਨੇ ਵੀ ਚਾਹੇ ਵਿਰੋਧੀ ਪਾਰਟੀਆਂ ਦੇ ਵੱਡੇ ਲੀਡਰ ਨੇ,
ਉਹ ਜਦੋਂ ਇਹਨਾਂ ਦੇ ਛੋਟੇ ਛੋਟੇ ਮਸਲਿਆਂ ਦੇ ਉੱਤੇ ਬਹਿਸਬਾਜ਼ੀ ਕਰਦੇ ਨੇ ਤਾਂ ਮੈਨੂੰ ਬਹੁਤ ਛੋਟਾ ਲੱਗਦਾ ਕਿ ਇਦਾਂ ਦੀ ਪੋਲਿਟਿਕਸ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਹੁਣ ਪੰਜਾਬ ਸਮਝ ਚੁੱਕਿਆ। ਜੇਕਰ ਇਹਨਾਂ ਦੇ ਪਿੱਛੇ ਲੱਗਦਾ ਤਾਂ ਜਲੰਧਰ ਵਾਲੀ ਸੀਟ ਤੁਸੀਂ ਦੇਖਣਾ ਕਿ ਇਹ ਹਾਰ ਜਾਂਦੇ ਆਮ ਆਦਮੀ ਪਾਰਟੀ। ਜੇਕਰ ਇਹ ਛੋਟੇ ਛੋਟੇ ਮਸਲਿਆਂ ਦੇ ਵਿੱਚ ਪੰਜਾਬ ਉਲਝ ਜਾਂਦਾ। ਪੰਜਾਬ ਹੁਣ ਬਹੁਤ ਵੱਡੀ ਉਡਾਰੀ ਮਾਰਨਾ ਚਾਹੁੰਦਾ ਹੈ, ਪੰਜਾਬ ਹੁਣ ਬਹੁਤ ਅੱਗੇ ਜਾਣਾ ਚਾਹੁੰਦਾ ਹੈ। ਸਾਨੂੰ ਇਹ ਛੋਟੇ ਮਸਲਿਆਂ ਦੇ ਵਿੱਚ ਇਹ ਜਿਹੜੇ ਛੋਟੇ ਜਿਹੜੇ ਇੱਕ ਮਤਲਬ ਬਹੁਤ ਨੀਵੇਂ ਪੱਧਰ ਦੀ ਜਿਹੜੀ ਰਾਜਨੀਤੀ ਹੈ ਉੱਥੋਂ ਦੀ ਬਜਾਏ ਸਾਨੂੰ ਬਹੁਤ ਐਡਵਾਂਸ ਤਾਂ ਹੀ ਪੰਜਾਬ ਦੇ ਲੋਕ ਸਾਡੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਜਾ ਸਕਦੇ ਨੇ ਜੇਕਰ ਉਹ ਵੱਡੇ ਮਸਲਿਆਂ ਨੂੰ ਸੰਬੋਧਿਤ ਹੋਣਗੇ। ਸੁਖਵਿੰਦਰ ਜੀ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਜੀ। ਜਿੱਥੋਂ ਤੱਕ ਸਵਾਲ ਹੈ ਕਿ ਜੋ ਕੁਝ ਵਿਰੋਧੀ ਧਿਰਾਂ ਸਵਾਲ ਚੁੱਕਦੀਆਂ ਨੇ ਜਾਂ ਜੋ ਕੁਝ ਲੋਕਾਂ ਦੀ ਆਵਾਜ਼ ਹੈ ਜਿਨ੍ਹਾਂ ਨੂੰ ਖੁੰਝੇ ਲਾਉਣਾ ਸੀ, ਜਿਨ੍ਹਾਂ ਪਾਰਟੀਆਂ ਨੇ ਜਾਂ ਜਿਨ੍ਹਾਂ ਦੇ ਜ਼ਰੀਏ ਪੰਜਾਬ ਦੱਬਿਆ ਗਿਆ, ਉਹਨਾਂ ਨੂੰ ਤਾਂ ਲੋਕਾਂ ਨੇ ਘਰ ਵਿਹਲੇ ਕਰਕੇ ਬਾਤਾ। ਇਸ ਕਰਕੇ ਪੱਤਰਕਾਰ ਹੋਣ ਦੇ ਨਾਤੇ ਇਸ ਸਰਕਾਰ ਨੂੰ ਜੋ ਸਵਾਲ ਇਸ ਸਰਕਾਰ ਦੇ ਅਕਸ ਦੇ ਉੱਤੇ ਜਾਂ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਉੱਠਦੇ ਨੇ, ਅਸੀਂ ਲਗਾਤਾਰ ਉਹਨਾਂ ਤੇ ਚਰਚਾ ਕਰਦੇ ਹਾਂ। ਜੋ ਅੱਜ ਚਰਚਾ ਕੀਤੀ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।